3 ਦਿਨਾਂ ਦਾ ਇਹ ਟੂਰਨਾਮੈਂਟ ਸੀ ਜਿਹਦੇ ਵਿੱਚੋਂ 2 ਦਿਨ ਬੱਚੇ ਪੂਰੇ ਵੱਖ-ਵੱਖ 13 ਰਾਜਾਂ ਤੋਂ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਇਹਨਾਂ 'ਚ ਭਾਗ ਲਿਆ। ਇਹ ਟੂਰਨਾਮੈਂਟ ਪਹਿਲਾ ਇਸ ਲਈ ਹੈ ਕਿਉਂਕਿ ਅੱਗੇ ਕੀ ਸੀਗਾ ਕਿ ਇੱਕੋ ਨੈਸ਼ਨਲ ਚੈਂਪੀਅਨਸ਼ਿਪ ਸਾਡੀ ਆਰਗੇਨਾਈਜੇਸ਼ਨ ਵੱਲੋਂ ਹੁੰਦੀ ਸੀ। ਤਾਂ ਗੱਤਕਾ ਜਿਹੜਾ ਨਗਰ ਕੀਰਤਨਾਂ ਮੌਕੇ ਖੇਡਿਆ ਜਾਂਦਾ ਇੱਕ ਉਹ ਹੈ ਜੀ, ਤੇ ਇੱਕ ਜਿਹੜਾ ਤੁਸੀਂ ਟੂਰਨਾਮੈਂਟ ਕਰਾਉਂਦੇ ਹੋ ਦਰਸ਼ਕਾਂ ਨੂੰ ਕਨਫਿਊਜ਼ਨ ਹੈ ਇਹਦੇ 'ਚ ਫਰਕ ਕੀ ਹੈ? ਉਸ ਸ਼ਸਤਰ ਵਿੱਦਿਆ 'ਚ 18 ਤੋਂ 20 ਜਿਹੜੇ ਸ਼ਸਤਰ ਨੇ ਵੱਖੋ ਵੱਖਰੇ, ਜਿਹਦੇ 'ਚ ਸੋਟੀ, ਲਾਠੀ, ਮਰੱਟੀ, ਤਲਵਾਰ, ਕਿਰਪਾਨ, ਢਾਲ, ਖੰਡਾ, ਮਤਲਬ ਉਹ ਸਾਰੇ ਚੱਕਰ ਜਿਹੜੇ ਤੁਸੀਂ ਦੇਖਦੇ ਹੋ ਜਿੰਨੇ ਹੈਗੇ ਆ। ਅਸਲ ਇਸ ਨੂੰ ਗੱਤਕਾ ਸੋਟੀ ਕਹਿੰਦੇ ਆ ਅਸੀਂ, ਜਿਹੜਾ ਇਹ ਇਵੈਂਟ ਹੈ ਉਸ ਨੂੰ ਕਹਿਣਾ ਚਾਹੀਦਾ ਸ਼ਸਤਰ ਪ੍ਰਦਰਸ਼ਨੀ। ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਜਿਹੜੇ ਸਾਡੇ ਕੋਚ ਨੇ, ਸਾਡੀਆਂ ਟੀਮਾਂ ਨੇ, ਉਹਨਾਂ ਵੱਲੋਂ ਜਿਹੜੇ ਡੇ ਟੂ ਡੇ ਟ੍ਰੇਨਿੰਗ ਕੈਂਪ ਲਾਏ ਜਾਂਦੇ ਆ, ਬੱਚਿਆਂ ਨੂੰ ਤਿਆਰ ਕੀਤਾ ਜਾਂਦਾ ਹੈ ਸਾਰਾ। ਤੇ ਅਗਲਾ ਟੂਰਨਾਮੈਂਟ ਜਿਹੜਾ ਹੈਗਾ ਉਹ ਛੱਤੀਸਗੜ੍ਹ 'ਚ ਹੋਣਾ ਹੈ, ਸੈਕੰਡ ਫੈਡਰੇਸ਼ਨ ਗੱਤਕਾ ਕੱਪ। ਗੱਤਕਾ ਸ਼ਸਤਰ ਵਿੱਦਿਆ ਦਾ ਪਾਰਟ ਹੈ। ਅਸੀਂ ਉਸ ਪਾਰਟ ਦੇ ਵਿੱਚੋਂ ਇਕੱਲੀ ਸੋਟੀ ਹੈ ਜਿਹੜੀ ਉਸ ਨੂੰ ਪ੍ਰਮੋਟ ਕਰਨਾ ਲੱਗੇ ਹੋਏ ਹਾਂ। ਉਸੇ ਸੋਟੀ ਦੇ ਵਿੱਚ ਇੱਕ ਚਿਪ ਲਾਉਣ ਦੀ ਸਾਡੀ ਪਲਾਨ ਹੈ ਨੈਕਸਟ। ਉਹ ਚਿਪ ਹੈ ਜਿਹੜੀ ਉਹ ਵਾਈਫਾਈ ਵਾਲੀ ਹੋਊਗੀ ਤੇ ਜਦੋਂ ਉਹ ਟੱਚ ਹੁੰਦੀ ਆ ਤਾਂ ਸਕੋਰ ਬੋਰਡ ਤੇ ਆਪਣੇ ਆਪ ਵਿਦਆਊਟ ਐਨੀ ਕਿਸੇ ਦੀ ਜਜਮੈਂਟ ਤੋਂ ਨੰਬਰ ਉੱਥੇ ਜਾਊਗਾ। ਸਤਿ ਸ਼੍ਰੀ ਅਕਾਲ ਜੀ, ਦਾ ਅਨਮਿਊਟ ਨਾਲ ਜੁੜਿਓ ਤੁਸੀਂ। ਮੈਂ ਜਗਜੀਤ ਸਿੰਘ ਪੰਜੋਲੀ। ਜੇ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਗੁਰੂ ਸਾਹਿਬਾਨਾਂ ਨੇ ਜਿੱਥੇ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਦੀ ਗੱਲ ਆਖੀ ਹੈ, ਜਿੱਥੇ ਗੁਰੂ ਸਾਹਿਬ ਨੇ ਸਮਾਜ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਆਧਾਰ ਬਣਾ ਕੇ ਮਨੁੱਖ ਜਾਤੀ ਜਿਹੜੀ ਹੈ, ਮਨੁੱਖੀ ਜੀਵਨ ਜਿਹੜਾ ਹੈਗਾ ਉਹਨੂੰ ਪ੍ਰਫੁੱਲਤ ਕਰਨ ਦੇ ਲਈ ਬਾਣੀ ਦੇ ਰਾਹੀਂ ਇੱਕ ਰੌਸ਼ਨੀ ਦਿੱਤੀ ਹੈ, ਤਾਂ ਗੁਰੂ ਸਾਹਿਬ ਨੇ ਨਾਲ ਜਿਹੜੀ ਹੈ ਸ਼ਾਸਤਰ ਵਿੱਦਿਆ ਵੀ ਨਾਲ ਰੱਖੀ ਹੈ। ਆਪਣੇ ਸਿੱਖਾਂ ਨੂੰ, ਆਪਣੇ ਨਾਲ ਸ਼ਰਧਾਲੂਆਂ ਨੂੰ ਜਿਹੜੀ ਹੈ ਸ਼ਾਸਤਰ ਵਿੱਦਿਆ ਦੇ ਵਿੱਚ ਨਿਪੁੰਨ ਕਰਨ ਦੇ ਲਈ ਵੀ ਸਮੇਂ-ਸਮੇਂ 'ਤੇ ਗੁਰੂ ਸਾਹਿਬ ਜਿਹੜੇ ਨੇ ਉਹ ਉਪਰਾਲੇ ਕਰਦੇ ਰਹੇ ਆ ਤੇ ਉਤਸ਼ਾਹਿਤ ਕਰਦੇ ਰਹੇ ਆ। ਸੋ ਜੇ ਆਪਾਂ ਗੱਲ ਕਰੀਏ ਸਿੱਖ ਮਾਰਸ਼ਲ ਆਰਟ ਗੱਤਕਾ, ਉਹ ਕਦੋਂ ਸਿੱਖ ਰੀਤੀ ਰਿਵਾਜਾਂ ਦੇ ਨਾਲ ਜੁੜਦਾ ਹੈ ਤੇ ਅੱਜ ਉਹਦੀ ਸਥਿਤੀ ਕੀ ਹੈ, ਕੀ ਉਸ ਨੂੰ ਇੱਕ ਐਜ਼ ਏ ਖੇਡ ਦੇ ਤੌਰ 'ਤੇ ਰੱਖਿਆ ਜਾ ਸਕਦਾ ਜਾਂ ਨਹੀਂ ਰੱਖਿਆ ਜਾ ਸਕਦਾ। ਸੋ ਬਹੁਤ ਸਾਰੇ ਸਵਾਲ ਹੈਗੇ ਨੇ ਕਿ ਸਿੱਖ ਮਾਰਸ਼ਲ ਆਰਟ ਗੱਤਕਾ ਦੀ ਸਥਿਤੀ ਅੱਜ ਸਮਾਜ ਦੇ ਅੰਦਰ ਕੀ ਹੈ। ਸੋ ਸਾਡੇ ਨਾਲ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਹਰਜੀਤ ਸਿੰਘ ਗਰੇਵਾਲ ਨੇ। ਹਰਜੀਤ ਸਿੰਘ ਗਰੇਵਾਲ ਜਿਹੜੇ ਨੇ ਪੰਜਾਬ ਸਰਕਾਰ ਦੇ ਵਿੱਚ ਬਤੌਰ ਇੱਕ ਵੱਡੇ ਅਹੁਦੇ 'ਤੇ ਵੀ ਬਿਰਾਜਮਾਨ ਨੇ, ਉੱਧਰ ਵੀ ਸੇਵਾਵਾਂ ਨਿਭਾ ਰਹੇ ਨੇ ਤੇ ਗੱਤਕੇ ਨੂੰ ਪ੍ਰਮੋਟ ਕਰਨ ਦੇ ਲਈ ਵੀ ਲੱਗੇ ਹੋਏ ਆ। ਗੱਲਬਾਤ ਕਰਦੇ ਹਾਂ। ਗਰੇਵਾਲ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿ ਖਾਲਸਾ ਫਤਿਹ ਜੀ। ਕਿਵੇਂ ਦੇਖਦੇ ਹੋ ਗੱਤਕੇ ਦੀ ਆਪਾਂ ਗੱਲ ਕਰਾਂਗੇ, ਤੁਸੀਂ ਹਾਲ ਹੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਨੈਸ਼ਨਲ ਗੱਤਕਾ ਕੱਪ ਜਿਹੜਾ ਕਰਾਇਆ ਜੀ, ਕਿ ਕੀ ਉਹਦੀ ਰੂਪਰੇਖਾ ਸੀਗੀ, ਕਿੰਨੇ ਕੁ ਉਹਦੇ ਵਿੱਚ ਲੋਕ ਆਏ, ਟੀਮਾਂ ਕਿਹੜੇ-ਕਿਹੜੇ ਸੂਬਿਆਂ 'ਚੋਂ ਆਈਆਂ? ਇਹ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਪਹਿਲਾ ਫੈਡਰੇਸ਼ਨ ਗੱਤਕਾ ਕੱਪ ਕਰਵਾਇਆ ਗਿਆ ਜੀ। 3 ਦਿਨਾਂ ਦਾ ਇਹ ਟੂਰਨਾਮੈਂਟ ਸੀ ਜਿਹਦੇ ਵਿੱਚੋਂ 2 ਦਿਨ ਬੱਚੇ ਪੂਰੇ ਵੱਖ-ਵੱਖ 13 ਰਾਜਾਂ ਤੋਂ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਇਹਨਾਂ 'ਚ ਭਾਗ ਲਿਆ ਜੀ। ਬੜੇ ਜ਼ਬਰਦਸਤ ਮੁਕਾਬਲੇ ਹੋਏ ਆ ਕਿਉਂਕਿ ਇਹ ਨੈਸ਼ਨਲ ਟੂਰਨਾਮੈਂਟ ਸੀ ਤੇ ਹਰ ਇੱਕ ਸਟੇਟ ਤੋਂ ਵਧੀਆ ਬੈਸਟ ਚੁਣੀ ਹੋਈ ਟੀਮ ਜਿਹੜੀ ਆ ਉਹਨਾਂ ਨੇ ਪਾਰਟੀਸਪੇਟ ਕੀਤਾ ਜੀ। ਇਹ ਟੂਰਨਾਮੈਂਟ ਪਹਿਲਾ ਇਸ ਲਈ ਹੈ ਕਿਉਂਕਿ ਅੱਗੇ ਕੀ ਸੀਗਾ ਕਿ ਇੱਕੋ ਨੈਸ਼ਨਲ ਚੈਂਪੀਅਨਸ਼ਿਪ ਸਾਡੀ ਆਰਗੇਨਾਈਜੇਸ਼ਨ ਵੱਲੋਂ ਹੁੰਦੀ ਸੀ ਜੀ, ਲੇਕਿਨ ਸਾਰਾ ਸਾਲ ਬੱਚੇ ਫਿਰ ਵੇਟ ਕਰਦੇ ਆ ਅਗਲੀ ਸਾਲ ਦੀ ਨੈਸ਼ਨਲ ਆਉਣ 'ਤੇ, ਕਿਉਂਕਿ ਨੈਸ਼ਨਲ ਇੱਕ ਸਾਲ 'ਚ ਐਜ਼ ਪਰ ਓਲੰਪਿਕ ਚਾਰਟਰ ਇੱਕੋ ਹੀ ਹੋ ਸਕਦੀ ਹੁੰਦੀ ਆ। ਫਿਰ ਅਸੀਂ ਸਾਰਿਆਂ ਨੇ ਇਹ ਸੋਚਿਆ ਕਿ ਬੱਚਿਆਂ ਨੂੰ ਅੰਗੇਜ ਕਰਕੇ ਰੱਖੀਏ ਸੋ ਦੈਟ ਉਹਨਾਂ ਦੀ ਜਿਹੜੀ ਸਟੈਮਿਨਾ ਹੈ ਉਹ ਬਰਕਰਾਰ ਰਹੇ, ਉਹ ਰੂਲਾਂ ਤੋਂ ਉਸੇ ਤਰ੍ਹਾਂ ਹੀ ਬਾਖੂਬ ਜਾਣੂ ਰਹਿਣ ਤੇ ਉਹਨਾਂ 'ਚ ਜਿਹੜੀ ਹੈ ਮਤਲਬ ਖੇਡਣ ਦੀ ਸਪਿਰਿਟ ਹੈ ਉਹ ਜਾਗਦੀ ਰਹੇ, ਕਿਉਂਕਿ ਸਾਡੇ ਇਸ ਤੋਂ ਬਾਅਦ ਹੋਰ ਕੰਪੀਟੀਸ਼ਨ ਹੁੰਦੇ ਨੇ ਜਿਨ੍ਹਾਂ ਨੂੰ ਉਹਨਾਂ ਨੂੰ ਨੈਸ਼ਨਲ ਲੈਵਲ 'ਤੇ ਖੇਡਣਾ ਹੁੰਦਾ ਹੈ। ਜਿਵੇਂ ਫੋਰ ਐਗਜ਼ਾਮਪਲ ਨੈਸ਼ਨਲ ਸਕੂਲ ਗੇਮਸ ਆਉਣੀਆਂ,
ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲੇ ਹੋਣੇ ਆ, ਫਿਰ ਸਾਡੀਆਂ ਜਿਹੜੀਆਂ ਖੇਲੋ ਇੰਡੀਆ ਦੇ ਵੀ ਨੈਸ਼ਨਲ ਮੁਕਾਬਲੇ ਨੇ, ਫਿਰ ਇਸੇ ਤਰ੍ਹਾਂ ਹੀ ਨੈਸ਼ਨਲ ਗੇਮਸ ਆਉਂਦੀਆਂ ਨੇ। ਇਹ ਵੱਡੀਆਂ 4 ਈਵੈਂਟਸ ਨੇ ਜਿਹੜੀਆਂ ਨੈਸ਼ਨਲ ਲੈਵਲ ਦੀਆਂ ਅਲੱਗ-ਅਲੱਗ ਥਾਵਾਂ 'ਤੇ ਉਹਨਾਂ ਨੂੰ ਪਾਰਟੀਸਪੇਟ ਕਰਨਾ ਪੈਂਦਾ। ਅਤੇ ਜੇ ਇੱਕੋ ਹੀ ਨੈਸ਼ਨਲ ਖੇਡ ਕੇ ਉਹ ਬਹਿ ਜਾਂਦੇ ਆ ਤਾਂ ਉਹਨਾਂ ਦੇ ਜਿਹੜੀ ਹੈਗੀ ਆ ਬੱਚਾ ਜਿਵੇਂ ਕਹਿੰਦੇ ਆ ਘਰ ਬੈਠਾ ਰਹੇ ਤਾਂ ਉਹ ਉਨੀ ਉਹਦੀ ਤਿਆਰੀ ਨਹੀਂ ਹੁੰਦੀ। ਇਹ ਉਹਨਾਂ ਦੀ ਤਿਆਰੀ ਕਰਨ ਲਈ, ਪ੍ਰਿਪੇਅਰ ਕਰਨ ਲਈ, ਉਹਨਾਂ ਨੂੰ ਰੂਲਸ ਨਾਲ ਵਿਵਸਥਾ ਕਰਨ ਲਈ ਅਤੇ ਉਹਨਾਂ ਨੂੰ ਇੱਕ ਦੂਜੇ ਨਾਲ ਚੰਗੀ ਤਰ੍ਹਾਂ ਭਿੜਨ ਲਈ ਇਹ ਟੂਰਨਾਮੈਂਟ ਕਰਵਾਇਆ ਗਿਆ। ਇਹ ਪਹਿਲਾ ਸੀ ਜੀ ਟੂਰਨਾਮੈਂਟ? ਇਹ ਹਾਂ ਪਹਿਲਾ ਸੀ ਜੀ। ਜਿਹੜਾ ਨੈਕਸਟ ਟੂਰਨਾਮੈਂਟ ਉੱਥੇ ਅਸੀਂ ਡਿਸਾਈਡ ਕਰਤਾ ਕੱਲ੍ਹ ਜਦੋਂ ਕਲੋਜ਼ਿੰਗ ਹੋਈ ਆ, ਅਤੇ ਅਗਲਾ ਟੂਰਨਾਮੈਂਟ ਜਿਹੜਾ ਹੈਗਾ ਉਹ ਛੱਤੀਸਗੜ੍ਹ 'ਚ ਹੋਣਾ ਹੈ, 2nd ਫੈਡਰੇਸ਼ਨ ਗੱਤਕਾ ਕੱਪ। ਅਤੇ ਇਸੇ ਤਰ੍ਹਾਂ ਹੀ ਅਸੀਂ ਫਿਰ ਇੱਕ ਹੋਰ ਨੈਸ਼ਨਲ ਪਲਾਨ ਕੀਤਾ ਹੈਗਾ ਟੂਰਨਾਮੈਂਟ, ਸੋ ਦੈਟ ਕਿ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਬੱਚਿਆਂ ਨੂੰ ਅੰਗੇਜ ਰੱਖਣਾ, ਕਿ ਉਹ ਖੇਡਦੇ ਰਹਿਣ। ਜਿਹੜਾ ਸਾਡਾ ਅਗਲਾ ਨੈਸ਼ਨਲ ਈਵੈਂਟ ਹੈਗਾ ਉਹ ਹੈਗਾ ਚੈਂਪੀਅਨਸ ਗੱਤਕਾ ਟਰੋਫੀ ਜੀ। ਅਤੇ ਉਹ ਅਸੀਂ 2 ਥਾਂ 'ਤੇ ਕੱਲ੍ਹ ਜਿਹੜੀਆਂ ਅਲੱਗ-ਅਲੱਗ ਸਟੇਟ ਐਸੋਸੀਏਸ਼ਨਸ ਨੇ, ਉਹ ਛੱਤੀਸਗੜ੍ਹ ਗੱਤਕਾ ਐਸੋਸੀਏਸ਼ਨ ਨੇ ਲਿਆ ਹੈਗਾ। ਇਹਦੇ ਲਈ 2 ਸਟੇਟ ਗੱਤਕਾ ਐਸੋਸੀਏਸ਼ਨਾਂ ਨੇ ਪ੍ਰਪੋਜ਼ਲ ਦਿੱਤੀ ਹੈ। ਇੱਕ ਹਰਿਆਣਾ ਗੱਤਕਾ ਐਸੋਸੀਏਸ਼ਨ ਨੇ, ਇੱਕ ਗੱਤਕਾ ਐਸੋਸੀਏਸ਼ਨ ਆਫ ਦਿੱਲੀ ਨੇ, ਕਿ ਅਸੀਂ ਚਾਹੁੰਦੇ ਹਾਂ, ਉਹ ਕੁਰੂਕਸ਼ੇਤਰ ਚਾਹੁੰਦੇ ਆ, ਉਹ ਦਿੱਲੀ 'ਚ ਚਾਹੁੰਦੇ ਆ, ਉਹ ਅਸੀਂ ਡਿਸਾਈਡ ਕਰਾਂਗੇ। ਲੇਕਿਨ ਜਿਹੜੀ ਉਹ ਚੈਂਪੀਅਨਸ ਟਰੋਫੀ ਹੋਣੀ ਆ ਸਾਡੀ, ਉਹ ਸਾਡੀ ਪ੍ਰਾਈਜ਼ ਮਨੀ ਟੂਰਨਾਮੈਂਟ ਹੋਊਗਾ। ਉਹਦੇ 'ਚ ਅਸੀਂ ਜੇਤੂ ਟੀਮਾਂ ਲਈ, ਪਹਿਲੀਆਂ 3 ਟੀਮਾਂ ਲਈ ਅਸੀਂ ਨਗਦ ਇਨਾਮ ਰੱਖਾਂਗੇ, ਅਤੇ ਇਸੇ ਤਰ੍ਹਾਂ ਜਿਹੜੇ ਉਹਦੇ 'ਚੋਂ ਮੈਨ ਆਫ ਮੈਚ, ਬੈਸਟ ਟੀਮ ਜਾਂ ਜਿਹੜਾ ਇੱਦਾਂ ਦੀਆਂ ਅਸੀਂ ਅਲੱਗ-ਅਲੱਗ ਅਵਾਰਡ ਦਿੰਦੇ ਹੁੰਦੇ ਹਾਂ ਬੱਚਿਆਂ ਨੂੰ ਉਸ ਤਰ੍ਹਾਂ ਦੇ। ਅਤੇ ਉਹ ਅਸੀਂ ਉਹਨਾਂ ਨੂੰ ਵੀ ਕੁਛ ਨਾ ਕੁਛ ਕੈਸ਼ ਇਨ ਕਾਇੰਡ ਜਾਂ ਕੁਛ ਨਾ ਕੁਛ, ਜਿਵੇਂ ਫੋਰ ਐਗਜ਼ਾਮਪਲ ਅਸੀਂ ਸੋਚ ਰਹੇ ਹਾਂ ਕਿ ਕਿਸੇ ਨੂੰ ਸਾਈਕਲ ਦਿੱਤਾ ਜਾਵੇ, ਸੋ ਦੈਟ ਬੱਚੇ ਸਾਈਕਲਿੰਗ ਕਰਕੇ ਵੀ ਆਪਣਾ ਆਪ ਨੂੰ ਤਾਕਤ ਬਣਾਉਂਦੇ ਆ, ਜਾਂ ਕਿਸੇ ਨੂੰ ਕੋਈ ਹੋਰ ਇੱਦਾਂ ਦੇ ਗੈਜਟਸ ਦਿੱਤੇ ਜਾਣ, ਸੋ ਦੈਟ ਕਿ ਬੱਚੇ ਖੁਸ਼ ਹੋਣ ਉਸ ਗੱਲ 'ਤੇ ਆਏ। ਅਤੇ ਇਹ ਸਾਡੀ ਪਲਾਨ ਹੈ ਕਿ ਅਸੀਂ ਆਮ ਤੌਰ 'ਤੇ ਦੇਖਿਆ ਜਾਂਦਾ ਵੀ ਗੱਤਕਾ ਜਿਹੜਾ ਹੈਗਾ ਜਾਂ ਸ਼ਾਸਤਰ ਵਿੱਦਿਆ, ਉਹ ਨਗਰ ਕੀਰਤਨਾਂ 'ਚ ਜਾਂ ਉਦੋਂ ਹੀ ਉਹਦੀ ਪਰਫਾਰਮੈਂਸ ਦੇਖਣ ਨੂੰ ਮਿਲਦੀ ਹੈ। ਹੁਣ ਤੁਸੀਂ ਕਿਹਾ ਵੀ 13 ਸੂਬਿਆਂ ਦੇ ਵਿੱਚੋਂ ਆਏ ਹੈਗੇ ਭਾਗ ਲੈਣ ਦੇ ਲਈ ਖਿਡਾਰੀ, ਤਾਂ ਉੱਥੇ ਕਿਹੋ ਜਿਹਾ ਰਿਸਪੌਂਸ ਰਿਹਾ ਖਿਡਾਰੀਆਂ ਦਾ ਦੂਜੇ ਸੂਬਿਆਂ ਤੋਂ ਜਿਹੜੇ ਆਏ ਸੀਗੇ? ਬਿਲਕੁਲ ਜੀ। ਇਹ ਉਸ ਤੋਂ ਪਹਿਲਾਂ ਸਾਡੀਆਂ ਖੇਲੋ ਇੰਡੀਆ ਹੋਈਆਂ ਸੀਆਂ, ਅਤੇ ਖੇਲੋ ਇੰਡੀਆ ਵੀ ਨੈਸ਼ਨਲ ਈਵੈਂਟ ਹੁੰਦਾ, ਉੱਥੇ ਸਾਡੇ 15 ਸਟੇਟਾਂ ਨੇ ਪਾਰਟੀਸਪੇਟ ਕੀਤਾ ਸੀਗਾ। ਅਤੇ ਇਸ ਵਾਰੀ 2 ਸਟੇਟਾਂ ਦੀਆਂ ਐਂਟਰੀਆਂ ਆਈਆਂ ਸੀਆਂ, ਪਰ ਉਹ ਕਿਸੇ ਕਾਰਨ ਟਿਕਟਾਂ ਤੋਂ, ਟ੍ਰੇਨ ਦੇ ਟਿਕਟਾਂ ਤੋਂ ਖੁੰਝ ਗਏ। ਉਹ ਸਾਡੀ ਇਸ ਵੇਲੇ ਜਿਹੜੇ ਹੈਗੇ ਆ 22 ਸਟੇਟਾਂ ਦੇ ਵਿੱਚ ਗੱਤਕਾ ਐਸੋਸੀਏਸ਼ਨਸ ਬਣੀਆਂ ਹੋਈਆਂ। ਅਤੇ ਜਿਹੜੀ ਸਾਡੀ ਗਾਹਾਂ ਨੈਕਸਟ ਨੈਸ਼ਨਲ ਆਉਣੀ ਆ, ਸਾਡੀ ਉਮੀਦ ਹੈ ਕਿ ਘੱਟੋ ਘੱਟ 20 ਸਟੇਟ ਉਹਦੇ 'ਚ ਪਾਰਟੀਸਪੇਟ ਕਰਨ। ਅਤੇ ਇੱਥੋਂ ਹੀ ਤੁਹਾਨੂੰ ਜਿਹੜੀ ਹੈਗੀ ਆ ਪਤਾ ਲੱਗਦੀ ਆ ਕਿ ਉਹਨਾਂ ਸਟੇਟਾਂ ਦੇ ਵਿੱਚ ਕਿੰਨੀ ਰਿਸਪੌਂਸ ਹੈਗਾ। ਪਹਿਲਾਂ ਕਿੱਥੇ 0 ਹੁੰਦਾ ਸੀ, ਪਰ ਅੱਜ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਜਿਹੜੇ ਸਾਡੇ ਕੋਚ ਨੇ, ਸਾਡੀਆਂ ਟੀਮਾਂ ਨੇ, ਉਹਨਾਂ ਵੱਲੋਂ ਜਿਹੜੇ ਡੇ ਟੂ ਡੇ ਟ੍ਰੇਨਿੰਗ ਕੈਂਪ ਲਾਏ ਜਾਂਦੇ ਆ, ਬੱਚਿਆਂ ਨੂੰ ਤਿਆਰ ਕੀਤਾ ਜਾਂਦਾ ਸਾਰਾ, ਹੈ ਨਾ। ਉਹਦੇ ਮੁਤਾਬਕ ਇਹ ਆ ਕਿ 20 ਸਟੇਟਾਂ ਦੇ ਵਿੱਚ ਸਾਡੀ ਪ੍ਰੈਜ਼ੈਂਸ ਹੈਗੀ ਆ, ਬਹੁਤ ਸੋਹਣੀਆਂ ਹੈਗੀਆਂ। ਜਿਵੇਂ ਹੁਣ ਤੁਹਾਨੂੰ ਮੈਂ ਛੋਟੀ ਦੱਸਾਂ ਕਿ ਹਰਿਆਣੇ 'ਚ ਰੋਜ਼ਾਨਾ 18 ਜ਼ਿਲ੍ਹਿਆਂ ਦੇ ਵਿੱਚ ਟ੍ਰੇਨਿੰਗ ਚੱਲਦੀ ਆ ਰੋਜ਼ਾਨਾ, ਔਰ ਉੱਥੇ ਸਾਡੀਆਂ 10 ਪੱਕੀਆਂ ਨਰਸਰੀਆਂ ਨੇ, ਗੱਤਕਾ ਨਰਸਰੀਆਂ, ਜਿਹੜੀਆਂ ਦੀ ਡੇਲੀ ਟ੍ਰੇਨਿੰਗ ਹੁੰਦੀ ਆ। ਅਤੇ ਜੇ ਕੁੱਲ ਮਿਲਾ ਕੇ ਮੈਂ ਦੱਸਾਂ ਕਿ 1200 ਬੱਚਾ ਡੇਲੀ ਟ੍ਰੇਨਿੰਗ ਲੈ ਰਿਹਾ ਜੀ, ਇਹ ਹਰਿਆਣੇ ਦੇ ਵਿੱਚੋਂ। ਮਤਲਬ ਇਸ ਤਰ੍ਹਾਂ ਹੀ ਸਾਰੇ ਕਿਤੇ ਇੱਦਾਂ ਹੀ ਬਹੁਤ ਹੈਗਾ। ਪਰ ਇੱਕ ਸਵਾਲ ਇਹ ਹੈ, ਇੱਕ ਤਾਂ ਗੱਤਕਾ ਜਿਹੜਾ ਨਗਰ ਕੀਰਤਨਾਂ ਮੌਕੇ ਖੇਡਿਆ ਜਾਂਦਾ, ਇੱਕ ਉਹ ਹੈ ਜੀ, ਤੇ ਇੱਕ ਜਿਹੜਾ ਤੁਸੀਂ ਟੂਰਨਾਮੈਂਟ ਕਰਾਉਂਦੇ ਹੋ, ਦਰਸ਼ਕਾਂ ਨੂੰ ਕਨਫਿਊਜ਼ਨ ਹੈ ਇਹਦੇ 'ਚ ਫਰਕ ਕੀ ਹੈ? ਤੁਸੀਂ ਵੱਖਰਾ ਕੁਝ ਕਰਾਉਂਦੇ ਹੋ ਜਾਂ ਉਹ ਗੱਤਕਾ ਤੇ ਇੱਕੋ ਹੀ ਹੈ ਇਹ? ਹਾਂਜੀ, ਬਹੁਤ ਸੋਹਣਾ ਸਵਾਲ ਹੈ ਤੁਸੀਂ ਕੀਤਾ। ਤੁਸੀਂ ਵੀ ਹੁਣ ਮਤਲਬ ਉਸ ਨੂੰ ਗੱਤਕੇ, ਉਸ ਨੂੰ ਸਾਡੀ ਸ਼ਸਤਰ ਵਿੱਦਿਆ ਨੂੰ ਗੱਤਕਾ ਕਹਿ ਰਹੇ ਹੋ। ਉਹ ਇਸ ਤਰ੍ਹਾਂ ਹੈਗਾ, ਤੁਸੀਂ ਜਿਵੇਂ ਕੋਈ ਮਤਲਬ ਕਿਸੇ ਵੱਡੇ ਅਫਸਰ ਨੂੰ ਕਲਰਕ ਕਹਿ ਦਿਓ ਜੀ, ਤਾਂ ਉਹ ਚੀਜ਼ ਹੈ। ਮਤਲਬ ਗੱਲ ਇਹ ਆ, ਜਿਹੜੀ ਸਾਡੀ ਗੁਰੂ ਸਾਹਿਬ ਵੱਲੋਂ ਸਾਨੂੰ ਬਰੋਸੋਈ ਹੋਈ ਆ, ਉਹ ਸਿੱਖ ਸ਼ਸਤਰ ਵਿੱਦਿਆ, ਉਹ ਸਿੱਖ ਸ਼ਸਤਰ ਵਿੱਦਿਆ, ਉਸ ਜਿਹੜੀ ਸਾਡੀ ਸ਼ਸਤਰ ਵਿੱਦਿਆ ਹੈਗੀ ਆ, ਉਸ ਸ਼ਸਤਰ ਵਿੱਦਿਆ 'ਚ 18 ਤੋਂ 20 ਜਿਹੜੇ ਸ਼ਸਤਰ ਨੇ ਵੱਖੋ ਵੱਖਰੇ, ਜਿਹਦੇ 'ਚ ਸੋਟੀ, ਲਾਠੀ, ਮਰੱਟੀ, ਤਲਵਾਰ, ਕਿਰਪਾਨ, ਢਾਲ, ਖੰਡਾ, ਮਤਲਬ ਉਹ ਸਾਰੇ ਚੱਕਰ ਜਿਹੜੇ ਤੁਸੀਂ ਦੇਖਦੇ ਹੋ ਜਿੰਨੇ ਹੈਗੇ ਆ, ਉਹ ਗੱਤਕਾ ਵੀ ਉਸੇ ਦਾ ਹੀ ਪਾਰਟ ਹੈ। ਉਸੇ ਦਾ ਪਾਰਟ
ਤੁਸੀਂ ਭਾਈ ਕਾਨ ਸਿੰਘ ਨਾਭਾ ਜੀ ਦਾ ਮਹਾਨਕੋਸ਼ ਪੜ੍ਹਿਓ, ਉਹਦੇ 'ਚ ਗੱਤਕੇ ਦੀ ਡੈਫੀਨੇਸ਼ਨ ਤੁਹਾਨੂੰ ਪਤਾ ਹੈ ਭਾਈ ਕਾਨ ਸਿੰਘ ਨਾਭਾ ਜੀ ਦਾ ਜਿਹੜਾ ਮਹਾਨਕੋਸ਼ ਹੈ ਉਹਦੀ ਕਿੰਨੀ ਵੱਡੀ ਮਹੱਤਤਾ ਹੈਗੀ ਆ। ਉਹਦੇ 'ਚ ਤੁਸੀਂ ਜੋ ਵੀ ਚੀਜ਼ ਚਾਹੁੰਦੇ ਹੋ ਤਾਂ ਉੱਥੋਂ ਤੁਹਾਨੂੰ ਪ੍ਰਾਪਤ ਹੁੰਦੀ ਆ। ਉਹਦੇ 'ਚ ਗੱਤਕਾ ਸੋਟੀ ਹੈ ਅਸਲ। ਅਸੀਂ ਲਫ਼ਜ਼ ਗਲਤ ਜਦੋਂ ਵੀ ਮੈਂ ਦੇਖਿਆ ਬਹੁਤ ਥਾਵਾਂ 'ਤੇ ਜਦੋਂ ਕਿਤੇ ਲਿਖਦੇ ਵੀ ਆ ਜਾਂ ਕੋਈ ਵੀ ਕੁਐਂਟਰੀ ਕਰਦੇ ਆ ਤਾਂ ਉਹਨਾਂ ਨੂੰ ਗੱਤਕਾ ਲਫ਼ਜ਼ ਬੋਲਿਆ ਜਾਂਦਾ ਹੈ। ਅਸਲ ਇਸ ਨੂੰ ਗੱਤਕਾ ਸੋਟੀ ਕਹਿੰਦੇ ਹਾਂ ਅਸੀਂ, ਜਿਹੜਾ ਇਹ ਇਵੈਂਟ ਹੈ ਉਸ ਨੂੰ ਕਹਿਣਾ ਚਾਹੀਦਾ ਸ਼ਸਤਰ ਪ੍ਰਦਰਸ਼ਨੀ। ਉਹ ਸ਼ਸਤਰਾਂ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ, ਧਾਰਮਿਕ ਪ੍ਰੋਗਰਾਮ, ਨਗਰ ਕੀਰਤਨ, ਉੱਥੇ ਲਿਖਿਆ ਹੁੰਦਾ ਨਾ ਵੀ ਇੱਕ ਲਾਈਨ ਲਿਖੀ ਹੁੰਦੀ ਹੈ ਵੀ ਗੱਤਕੇ ਦੇ। ਹਾਂ, ਨਹੀਂ ਉਹ ਗਲਤ ਹੈ, ਉੱਥੇ ਗੱਤਕੇ ਨਹੀਂ, ਗੱਤਕਾ ਤਾਂ ਸੋਟੀ ਹੈ। ਗੱਤਕਾ ਤਾਂ ਸੋਟੀ ਹੈ ਜੀ। ਸਾਡੇ ਅੱਜ ਵੀ ਤੁਸੀਂ ਸੰਗਰੂਰ ਇੱਧਰ ਆਪਣਾ ਮਾਨਸਾ ਬਠਿੰਡੇ ਵਾਲੀ ਸਾਈਡ 'ਤੇ ਚੱਲ ਜਾਓ, ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਅੱਜ ਵੀ ਕਹਿੰਦੇ ਆ ਵੀ ਲਿਆ ਕੁਤਕਾ ਇਹਦੇ ਮਾਰੋ, ਕੁਤਕਾ ਇਹਦੇ ਇੱਕ ਜਿਆਦਾ ਕਰਕੇ। ਉਹ ਕੁਤਕਾ ਖੁਤਕੇ ਤੋਂ ਰੂਪ ਬਦਲ ਕੇ ਇਹ ਗੱਤਕਾ ਸੋਟੀ ਬਣੀ ਆ। ਗੱਤਕਾ ਮੀਨਸ ਸੋਟੀ, ਅਤੇ ਉਹ ਇੱਕ ਪਾਰਟ ਹੈ ਉਸ ਸ਼ਸਤਰ ਕਲਾ ਦਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ। ਜਿਵੇਂ ਮੈਂ ਛੋਟੇ ਹੋਰ ਦੇਸੀ ਤਰੀਕੇ ਨਾਲ ਸਮਝਾ ਦਾਂ ਕਿ ਜਿਵੇਂ ਇੱਕ ਕਿਸੇ ਲੇਡੀ ਦਾ ਇੱਕ ਹੁੰਦਾ ਕਿੱਟ ਹੁੰਦੀ ਹੈ ਰੂਪ ਸੱਜਾ ਦੀ, ਜਿਹਦੇ 'ਚ ਕਿੰਨੇ ਸਮਾਨ ਹੁੰਦਾ ਅਤੇ ਉਹਦੇ 'ਚੋਂ ਤੁਸੀਂ ਇੱਕ ਚੀਜ਼ ਕੱਢ ਲਓ ਤਾਂ ਉਹ ਸਾਰੀ ਉਹ ਰੂਪ ਸੱਜਾ ਦੀ ਕਿੱਟ ਨਹੀਂ ਹੁੰਦੀ, ਉਹ ਹੈ ਨਾ ਨਹੀਂ। ਹਾਂ, ਬਿਊਟੀ ਕਿੱਟ। ਉਹ ਤੁਸੀਂ ਬਿਊਟੀ ਕਿੱਟ ਨੂੰ ਜਿਹੜੀ ਮਤਲਬ ਸਾਡਾ ਸ਼ਸਤਰ ਵਿਦਿਆ ਉਸ ਨੂੰ ਤੁਸੀਂ ਛੁਟਿਆ ਕੇ ਗੱਤਕਾ ਲਫ਼ਜ਼ ਬੋਲ ਦਿੰਦੇ ਆ ਸਾਰੇ ਲੋਕ, ਅਤੇ ਨਹੀਂ ਕਹਿਣਾ ਚਾਹੀਦਾ। ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਸ਼ਸਤਰ ਵਿਦਿਆ ਅਤੇ ਗੱਤਕਾ, ਇਹ ਗੱਤਕਾ ਸ਼ਸਤਰ ਵਿਦਿਆ ਦਾ ਪਾਰਟ ਹੈ। ਅਸੀਂ ਉਸ ਪਾਰਟ ਦੇ ਵਿੱਚੋਂ ਇਕੱਲੀ ਸੋਟੀ ਆ ਜਿਹੜੀ ਉਸ ਨੂੰ ਪ੍ਰਮੋਟ ਕਰਨਾ ਲੱਗੇ ਹੋਏ ਹਾਂ। ਔਰ ਦੂਸਰੀ ਗੱਲ, ਇਹ ਮਤਲਬ ਮੇਰੇ ਵਰਗੇ ਦੀ ਕ੍ਰੀਏਸ਼ਨ ਨਹੀਂ ਕਿ ਇਹਨੂੰ ਮੈਂ ਲੱਗਿਆ ਹੋਇਆ। 1936 ਤੋਂ ਪਹਿਲਾਂ ਸਾਨੂੰ ਇਹ ਮਾਣ ਹੋਣਾ ਚਾਹੀਦਾ ਕਿ ਸਾਡੇ ਮਾਪਿਆਂ ਦੇ ਵੀ ਜਨਮ ਤੋਂ ਪਹਿਲਾਂ ਦੀ ਗੱਲ ਆਪਾਂ ਕਰ ਰਹੇ ਹਾਂ ਕਿ ਉਸ ਵੇਲੇ ਇਹ ਗੱਤਕਾ ਕਾਲਜਾਂ, ਸਕੂਲਾਂ, ਯੂਨੀਵਰਸਿਟੀਆਂ ਦੀ ਬਾਕਾਇਦਾ ਮਾਨਤਾ ਪ੍ਰਾਪਤ ਖੇਡ ਸੀ। ਅੱਜ ਤੋਂ 86 ਈਅਰਸ ਪਹਿਲਾਂ ਇਹ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਇਹ ਲਾਹੌਰ ਹੋਇਆ ਕਰਦੀ ਸੀ। ਪੰਜਾਬ ਯੂਨੀਵਰਸਿਟੀ ਦੀ ਬੁੱਕ ਛਪੀ ਹੋਈ ਆ ਲਾਹੌਰ ਯੂਨੀਵਰਸਿਟੀ ਦੀ, 1936 ਦੀ ਮੇਰੇ ਕੋਲ ਬੁੱਕ ਹੈ ਉਹ। ਅਤੇ ਉਸ ਵੇਲੇ ਉਸ ਯੂਨੀਵਰਸਿਟੀ 'ਚ ਬੁੱਕ ਲੱਗੀ ਹੋਈ ਸੀ ਫਿਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ ਦੀ, ਅਤੇ ਗੱਤਕਾ ਖੇਡਿਆ ਜਾਂਦਾ ਸੀ। 1985 ਤੱਕ ਦੀਆਂ ਮੇਰੇ ਕੋਲ ਤਸਵੀਰਾਂ ਨੇ ਜਿਹੜੀਆਂ ਕਾਲਜਾਂ ਦੀਆਂ ਫੋਟੋਆਂ ਖਿੱਚੀਆਂ, ਉਹ ਗੱਤਕੇ ਵਾਲੇ ਬਨੈਣਾ ਪਾ ਕੇ ਬੈਠੇ ਹੋਏ ਅਤੇ ਉਹਨਾਂ ਕੋਲ ਸਟਿਕਸ ਨੇ। ਅਤੇ ਉਸ ਜਿਹੜੀ 1936 'ਚ ਰੂਲ ਬੁੱਕ ਛਪੀ ਹੈ ਉਹਦੇ ਵਿੱਚ ਗੱਤਕਾ ਖੇਡਣਾ ਦੀ ਸਾਰੀ ਸਕਿੱਲ ਔਰ ਉਹਦੇ ਸਾਰੇ ਦੱਸੇ ਗਿਆ ਵੀ ਤੁਸੀਂ ਗੱਤਕਾ ਕਿਵੇਂ ਖੇਡਣਾ। 86 ਸਾਲ ਪਹਿਲਾਂ ਓਲੰਪਿਕ 'ਚ ਅੱਜ ਜਿਹੜੀਆਂ ਖੇਡਾਂ ਵੱਡੀਆਂ ਨਾਮਵਰ ਖੇਡਾਂ ਸ਼ਾਮਲ ਨੇ, ਮੇਰਾ ਖਿਆਲ ਹੈ ਉਹਨਾਂ ਦੀ ਵੀ ਕੋਈ ਉਹਨਾਂ 'ਚੋਂ ਕੁਛ ਖੇਡਾਂ ਦੀ ਛਪੀ ਹੋਈ ਸੀ, ਪਰ ਸਾਰੀਆਂ ਖੇਡਾਂ ਦੀ ਉਹੀ ਜਿਹੀ ਰੂਲ ਬੁੱਕ ਨਹੀਂ ਸੀ ਛਪੀ ਹੋਈ ਜਿਹੀ ਜੀ ਸਾਡੀ 86 ਸਾਲ ਪਹਿਲਾਂ ਸੀ। ਪਰ ਉਹ ਪੰਜਾਬ 'ਚ ਜਦੋਂ ਤੱਤੀਆਂ ਹਵਾਵਾਂ ਚੱਲੀਆਂ ਅਤੇ ਉਹ ਗੱਤਕਾ ਮਾਈਨਸ ਹੋ ਗਿਆ। ਅੱਜ ਸਥਿਤੀ ਕੀ ਹੈ ਗੱਤਕੇ ਦੀ? ਅੱਜ ਦੇਖੋ, ਕਿਉਂਕਿ ਜਿਸ ਤਰੀਕੇ ਨਾਲ ਗੱਤਕੇ ਦੀ ਆਪਾਂ ਗੱਲ ਕਰ ਰਹੇ ਹਾਂ ਨਾ, ਤਾਂ ਉਹਦੇ ਲਈ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ ਤੁਸੀਂ ਉਸ ਪਾਸੇ ਪੜ੍ਹਾਉਣ ਦੇ ਤੌਰ 'ਤੇ ਦੇਖ ਰਹੇ ਹੋ, ਉਹਦੇ ਲਈ ਇੱਕ ਸਿਲੇਬਸ ਚਾਹੀਦਾ ਹੈ, ਪੂਰਾ ਅਕਾਦਮਿਕ ਫਾਰਮੈਟ ਚਾਹੀਦਾ ਪੂਰਾ, ਉਹਦੇ ਲਈ ਤੁਸੀਂ ਤਿਆਰ? ਹਾਂ, ਉਹ ਬਿਲਕੁਲ ਜੀ। ਦੇਖੋ ਆਲਰੇਡੀ ਸਾਡੀ ਜਿਹੜੀ ਗੱਤਕਾ ਸੋਟੀ ਦੀ ਖੇਡ ਹੈ ਇਹ ਗੱਤਕਾ ਸੋਟੀ ਦੀ ਖੇਡ ਨੂੰ ਅਸੀਂ ਓਲੰਪਿਕ ਤੱਕ ਲੈ ਕੇ ਜਾਣਾ। ਉਹ ਜਿਹੜਾ ਉਹਦੇ ਮੁਤਾਬਕ ਜਿਹੜਾ ਟੀਚਾ ਮਿੱਥਿਆ ਹੋਇਆ ਉਹ ਅਸੀਂ ਇੱਕ ਵਿਜ਼ਨ ਡਾਕੂਮੈਂਟ ਬਣਾਇਆ ਹੋਇਆ 2030 ਤੱਕ ਦਾ, 2030 ਤੱਕ ਦਾ ਬਣਾਇਆ ਹੈ। ਉਹਦੇ ਫੇਜ਼ਸ ਨੇ ਕਿ ਅਸੀਂ ਇਸ ਫੇਜ਼ 'ਚ ਕੀ ਲਾਗੂ ਕਰਨਾ, ਅਗਲੇ 'ਚ ਕੀ ਕਰਨਾ, ਉਸ ਤਰ੍ਹਾਂ ਕੀ ਕਰਨਾ। ਸਭ ਤੋਂ ਪਹਿਲਾਂ ਕੀ ਸੀ, ਜਦੋਂ ਅਸੀਂ ਇਹ ਸਾਰਾ ਕੁਝ ਇੰਪਲੀਮੈਂਟ ਕਰਨਾ ਸੀ ਤਾਂ ਇੱਕ ਰੂਲ ਬੁੱਕ ਬਣਾਈ ਗਈ। ਸਾਡੀ ਰੂਲ ਬੁੱਕ ਇਸ ਵੇਲੇ ਜਿਹੜੀ ਪਹਿਲਾਂ ਸੀਗੀ ਉਹ 50-60 ਪੇਜਾਂ ਦੀ ਸੀ, ਅੱਜ ਉਹ ਮਤਲਬ 125 ਪੇਜਾਂ ਤੱਕ ਪਹੁੰਚ ਗਈ ਆ, ਕਿਉਂਕਿ ਰੋਜ਼ ਡੇਲੀ ਕੁਛ ਨਾ ਕੁਛ ਇੰਟਰੋਡਿਊਸ ਕਰਨਾ ਹੁੰਦਾ ਹੈ। ਅੱਜ ਅਸੀਂ ਡਿਜੀਟਲਾਈਜ਼ ਕਰਨ ਜਾ ਰਹੇ ਹਾਂ ਸਾਰਾ ਕੁਛ, ਸਕੋਰ ਬੋਰਡ ਆ ਗਏ, ਮਤਲਬ ਪੇਪਰਲੈਸ ਕੰਪੀਟੀਸ਼ਨ ਕਿ ਤੁਸੀਂ ਸਾਰਾ ਔਨ ਤੇ ਕਰਨਾ ਹੈ। ਗੈਜਟ 'ਤੇ ਹੀ ਜਿਹੜਾ ਰੈਫਰੀ ਨੇ ਉਹ ਸਾਰੇ ਇਸੇ 'ਤੇ ਕਰਨਗੇ, ਕੋਈ ਟਾਈਮ ਵਾਚ ਨਹੀਂ ਲੈ ਕੇ ਬੈਠਾ, ਉਹ ਟਾਈਮ ਵਾਚ ਉੱਥੇ ਚੱਲੂਗੀ। ਮਤਲਬ ਇਸ ਤਰ੍ਹਾਂ ਕਰਕੇ ਉਹ ਫਿਰ ਅਸੀਂ ਸਾਰੇ ਉਹ ਰੂਲ ਉਸੇ ਤਰ੍ਹਾਂ ਫਾਰਮੈਟ ਕੀਤੇ ਆ। ਪਰ ਗਰੇਵਾਲ ਸਾਹਿਬ ਧੜੇਬੰਦੀਆਂ ਬਹੁਤ ਨੇ ਗੱਤਕੇ ਵਾਲਿਆਂ ਦੀਆਂ, ਉਹ ਸਾਰੇ ਇੱਕੋ ਰੂਲ ਨੂੰ ਮੰਨਦੇ? ਨਹੀਂ, ਉਹ ਚਲੋ ਇਹ ਤਾਂ ਸਾਡੀ ਖੇਡ 'ਚ ਨਹੀਂ, ਸਾਰੀਆਂ 'ਚ ਹੀ ਆ। ਇਹ ਇਕੱਲੀ ਗੱਤਕੇ 'ਚ ਨਹੀਂ, ਸਾਰੇ ਪਾਸੇ ਚੱਲਦਾ ਰਹਿੰਦਾ, ਇਹ ਚੱਲਦਾ ਹੀ ਰਹਿਣਾ। ਔਰ ਚੰਗੀ ਗੱਲ ਹੈ, ਜਿੰਨਾ ਹੋਣਗੀਆਂ ਮੈਂ ਕਹਿੰਦਾ ਹੋਰ 2-4 ਹੋ ਜਾਣ ਅਤੇ ਉਹਨਾਂ ਕੰਪੀਟੀਸ਼ਨ ਜ਼ਿਆਦਾ ਹੋਊਗਾ। ਹਾਲੇ ਤਾਂ ਅਸੀਂ 4 ਜਥੇਬੰਦੀਆਂ ਹੀ ਆ, ਮੇਰਾ ਖਿਆਲ 7-8 ਹੋ ਜਾਣੀਆਂ ਚਾਹੀਦੀਆਂ ਨੇ, ਉਹ ਚੰਗਾ ਰਹੂਗਾ। ਫਿਰ ਇੱਕ ਦੂਜੇ ਨਾਲ ਮਤਲਬ ਆਪਣੇ ਆਪ ਪ੍ਰੋਗਰੈਸ ਪਤਾ ਲੱਗਦੀ ਰਹਿੰਦੀ ਆ। ਬਸ ਵਿਰੋਧ 'ਚ ਵਿਕਾਸ ਨਾਲੇ ਪ੍ਰੋਗਰੈਸ ਹੁੰਦੀ ਹੈ ਜੀ ਉਸ ਤਰੀਕੇ ਨਾਲ। ਜਦੋਂ ਤੁਹਾਡਾ ਪਤਾ ਵੀ ਸਾਹਮਣਾ ਇਹ ਕਰ ਰਿਹਾ ਤਾਂ ਤੁਸੀਂ ਵੀ ਉਸ ਤਰੀਕੇ ਨਾਲ ਕਰਿਆ। ਮੈਂ ਉਹਦੇ 'ਚ ਤੁਹਾਨੂੰ ਦੱਸ ਰਿਹਾ ਸੀ ਰੂਲ ਬੁੱਕ ਬਣੀ,
ਉਸ ਤੋਂ ਬਾਅਦ ਅਸੀਂ ਜਿਹੜਾ ਸਾਡਾ ਪੰਜਾਬੀ ਯੂਨੀਵਰਸਿਟੀ ਨਾਲ ਇੱਕ 3 ਸਾਲ ਦਾ ਡਿਪਲੋਮਾ ਉੱਥੇ 1 ਸਾਲ ਦਾ ਡਿਪਲੋਮਾ ਸ਼ੁਰੂ ਕੀਤਾ ਸੀ, ਉੱਥੇ MOU ਸਾਈਨ ਕੀਤਾ, ਬਾਕੀ ਹੋਰ ਥਾਂ 'ਤੇ ਚੱਲ ਰਿਹਾ। ਅਸੀਂ ਇਸ ਨੂੰ ਐਸੋਸੀਏਸ਼ਨਾਂ ਬਣੀਆਂ, ਹੌਲੀ ਹੌਲੀ ਅਸੀਂ ਇੱਥੇ ਤੱਕ ਵੀ ਜਾ ਰਹੇ ਹਾਂ, ਕੋਈ ਬੱਚਾ PhD ਕਰੇ ਜਾਂ ਹੋਰ ਇਹਦੇ 'ਤੇ ਆਵੇ, ਸਾਨੂੰ ਲਿਟਰੇਚਰ ਦੇਵੇ ਜਾਂ ਇਸ 'ਤੇ ਕਰੇ। ਈਵਨ ਕਿ ਅਸੀਂ ਇੱਕ ਸਕਾਲਰਸ਼ਿਪ ਵੀ ਲੈ ਕੇ ਆ ਰਹੇ ਹਾਂ ਕਿ ਜੇ ਕੋਈ ਬੱਚਾ PhD ਵਾਲਾ ਹੈਗਾ, ਕਿਤੇ ਪਾਕਿਸਤਾਨ ਦਾ ਬਹੁਤ ਵੱਡਾ ਆਰਕਾਈਵ ਹੈ ਜਿੱਥੇ ਸਾਡਾ ਬਹੁਤ ਪੁਰਾਣਾ ਲਿਟਰੇਚਰ ਪਿਆ ਗੱਤਕੇ ਦਾ, ਲੰਡਨ ਆਰਕਾਈਵ ਹੈਗਾ, ਅਸੀਂ ਚਾਹੁੰਦੇ ਹਾਂ ਕਿ ਉਸ 'ਤੇ ਇੱਕ ਵਧੀਆ ਗੱਤਕੇ ਦਾ ਪੂਰਾ ਇਤਿਹਾਸ, ਅਥੈਂਟਿਕ ਇਤਿਹਾਸ ਲਿਖਿਆ ਜਾਵੇ। ਅਤੇ ਅਸੀਂ ਆਪਣੀ ਐਸੋਸੀਏਸ਼ਨ ਵੱਲੋਂ 1 ਲੱਖ ਰੁਪਏ ਦਾ ਉਸ ਲਈ ਰੱਖਿਆ ਹੋਇਆ ਕਿ ਫੰਡ ਅਸੀਂ ਉਸ ਲਈ, ਅਤੇ ਉਹ ਤਾਂ ਜੋ ਉਹ ਸਾਡਾ ਜਿਹੜਾ ਹੈਗਾ ਇੱਕ ਮਤਲਬ ਜਿਹਨੂੰ ਕੀ ਹੈ ਰਿਸਰਚ ਸਕਾਲਰ ਦੀ ਵਧੀਆ ਰਿਸਰਚ ਕੀਤੀ ਹੋਈ ਸਾਡੇ ਸਾਹਮਣੇ ਆਵੇ, ਅਤੇ ਅਸੀਂ ਉਸ ਬੁੱਕ ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ 'ਚ ਦਈਏ, ਯੂਨੀਵਰਸਿਟੀਆਂ 'ਚ ਦਈਏ, ਜਾਂ ਰਿਸਰਚ ਸਕਾਲਰ ਨੇ ਜਿਹੜੇ ਉਸ ਨੂੰ ਕੋਟ ਕਰਕੇ ਅੱਗੇ ਸਿੱਖ ਇਤਿਹਾਸ 'ਚ ਆਉਣ। ਅਸਲ ਸਾਡੇ ਛੋਟੀ ਜਿਹੀ ਮੈਂ ਇੱਥੇ ਗੱਲ ਕਰਨੀ ਚਾਹੁੰਦਾ, ਬਸ ਸਾਡੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਜਿੱਥੇ ਗੁਰਬਾਣੀ ਗਾਇਨ ਪੜ੍ਹਨ ਸਿੱਖਣ 'ਤੇ ਜ਼ੋਰ ਦਿੱਤਾ ਸੀ, ਨਾਲ ਦੀ ਨਾਲ ਗੁਰੂ ਸਾਹਿਬ ਨੇ ਸਾਨੂੰ ਜਿਸਮਾਨੀ ਤੌਰ 'ਤੇ ਤਾਕਤ ਹੋਣ ਲਈ ਅਤੇ ਸ਼ਸਤਰਬੰਦ ਹੋਣ ਲਈ ਵੀ ਕਿਹਾ ਸੀ। ਦੂਜੇ ਗੁਰੂ ਸਾਹਿਬ ਨੇ ਮੱਲ ਅਖਾੜੇ ਸ਼ੁਰੂ ਕੀਤੇ, 6ਵੇਂ ਪਾਤਸ਼ਾਹ ਨੇ ਸ਼ਸਤਰ ਵਿੱਦਿਆ ਸ਼ੁਰੂ ਕਰਾਈ, ਅਤੇ ਉਸ ਤੋਂ ਬਾਅਦ ਕਿੰਨਾ ਕੁਛ ਉਹ ਸ਼ਸਤਰ ਵਿੱਦਿਆ ਦਾ ਭੰਡਾਰ ਵਧਿਆ ਸਾਡਾ। ਪਰ ਅਸੀਂ ਉਦੋਂ ਤੋਂ ਬਾਅਦ ਅਸੀਂ ਇੱਕੋ ਪਾਸੇ ਲਾਈਨ ਹੋ ਗਈ, ਇਹ ਲਾਈਨ ਫੜੀ ਨਹੀਂ। ਜੇ ਉਹ ਲਾਈਨ ਨੂੰ ਫੜ ਕੇ ਰੱਖਦੇ ਨਾ ਅਸੀਂ, ਜਿਹੜੀ ਸਾਡੀ ਜਿਸਮਾਨੀ ਤੌਰ 'ਤੇ ਤਾਕਤ ਹੋਣ ਵਾਲੀ ਸੀ, ਤਾਂ ਸਾਡੇ 6ਵਾਂ ਦਰਿਆ ਨਾ ਵਗਦਾ, ਸਾਡੇ ਮਤਲਬ ਨਸ਼ਿਆਂ ਵਾਲੇ ਪਾਸੇ ਮੁੰਡੇ ਨਾ ਜਾਂਦੇ, ਕਿਉਂਕਿ ਜਦੋਂ ਉਹ ਸਾਰਾ ਦਿਨ ਹੀ ਉਹ ਗਰਾਊਂਡਾਂ 'ਚ ਰਹਿੰਦੇ, ਸਾਰਾ ਦਿਨ ਹੀ ਇਸ ਐਕਟੀਵਿਟੀ 'ਚ ਰਹਿੰਦੇ, ਤਾਂ ਬੱਚੇ ਜਿਸਮਾਨੀ ਤੌਰ 'ਤੇ ਤਾਕਤਵਰ ਰਹਿੰਦੇ। ਇੱਕ ਸਵਾਲ ਹੋਰ ਮੇਰੇ ਦਿਮਾਗ 'ਚ ਆ ਰਿਹਾ ਸੀ ਵੀ ਜਿਹੜੇ ਹੁਣ ਗੱਤਕੇ ਮੁਕਾਬਲੇ ਦੇਖਦੇ ਆ ਜਾਂ ਕਿਤੇ ਵੀ ਹੁੰਦਾ, ਤਾਂ ਉਹ ਜ਼ਿਆਦਾ ਜਸ਼ੀਲੇ ਗੀਤ ਚੱਲਦੇ ਹੁੰਦੇ ਆ ਜੀ, ਜਾਂ ਢੋਲ ਹੁੰਦਾ ਉੱਥੇ, ਪਰ ਗੁਰੂ ਸਾਹਿਬ ਨੇ ਨਗਾਰਾ ਆਪਾਂ ਨੂੰ ਦਿੱਤਾ ਹੈ, ਨਗਾਰਾ ਦੀ ਵਰਤੋਂ ਕਰਨੀ ਚਾਹੀਦੀ ਕਿ ਨਹੀਂ ਕਰਨੀ? ਪਰਫੈਕਟ ਜੀ, ਤੁਸੀਂ ਇਹ ਗੱਲ ਕਹੀ ਆ। ਦੇਖੋ ਢੋਲ ਅਤੇ ਨਗਾਰਾ, ਚਲੋ ਢੋਲ ਦੀ ਜਿਹੜੀ ਤਾਲ ਹੈਗੀ ਆ ਉਹ ਕਈ ਵਾਰੀ ਉਸ ਤਾਲ ਨਾਲ ਮੈਚ ਖਾਂਦੀ ਆ। ਨਗਾਰਾ ਵੀ ਉਸ ਤੋਂ ਇੱਕ ਢੋਲ ਦਾ ਇੱਕ ਵੱਡਾ ਹੋਰ ਸੁਧਰਿਆ ਰੂਪ ਨਗਾਰਾ, ਜਿਹਦੇ ਤੋਂ ਅੱਗੇ ਢੋਲ ਬਣਾਇਆ ਉਹਨਾਂ ਨੇ, ਹੈ ਨਾ, ਨਗਾਰੇ ਤੋਂ ਢੋਲ ਬਣ ਗਿਆ। ਦੋਨੇ ਪਰਫੈਕਟ ਨੇ। ਢੋਲ ਵੀ ਵਰਤਿਆ ਜਾ ਸਕਦਾ ਉਸ 'ਤੇ ਤੁਣਕੇ 'ਤੇ, ਨਗਾਰੇ 'ਤੇ ਜ਼ੋਰ ਦੇਣਾ ਚਾਹੀਦਾ ਆਪਾਂ ਨੂੰ। ਜਿਹੜਾ ਹੁਣ ਅੱਜ ਕੱਲ੍ਹ ਕੀ ਹੋਇਆ, ਦੇਖੋ ਮਾਡਰਨਾਈਜੇਸ਼ਨ 'ਚ ਲੋਕੀ ਪੈ ਗਏ ਸਾਰੇ, ਇਹ ਜੋ ਹੋ ਗਏ, ਅਤੇ ਉਹ ਮੁੰਡਿਆਂ ਨੇ ਗੀਤ ਲਾਉਣੇ ਸ਼ੁਰੂ ਕਰਤੇ, ਉਹ ਵੀ ਗਲਤ ਹੈ। ਗੀਤ ਨਹੀਂ ਲਾਉਣਾ ਚਾਹੀਦਾ ਤੁਹਾਨੂੰ। ਨੰਬਰ 1 ਨਗਾਰਾ, ਨੰਬਰ 2 ਢੋਲ, ਉਸ ਦੀ ਤਾਲ 'ਤੇ ਜਦੋਂ ਉਹ ਵੱਜਦਾ ਤਾਂ ਆਪਣੇ ਆਪ ਹੀ, ਹਾਂ, ਉਹਦੀ ਜਿਹੜੀ ਤਾਲ ਹੈ ਨਾ, ਉਹਦੇ ਜਿਹੜੇ ਤੁਣਕ ਹੈਗੀ ਆ, ਉਸ ਤੁਣਕ 'ਤੇ ਬੱਚਾ ਆਪਦਾ ਪੈਰ ਦੀ ਜਿਹੜੀ ਹੈਗੀ ਆ ਮੂਵਮੈਂਟ ਕਰਦਾ। ਤੇ ਰਿਵਰਸ ਟੈਕਨੋਲੋਜੀ ਬਹੁਤ ਜ਼ਿਆਦਾ ਵੱਧ ਗਈ, ਜਾਂ ਇੱਕ ਸਾਊਂਡ ਹੀ ਇਹੋ ਜਿਹਾ ਤਿਆਰ ਕਰ ਲਓ ਵੀ ਨਗਾਰੇ ਦੇ ਤੌਰ 'ਤੇ ਗਾਣੇ ਲਾਉਣ ਦੀ ਥਾਂ 'ਤੇ ਉਹ ਇੱਕ ਤਿਆਰ ਕੀਤਾ ਜਾ ਸਕਦਾ। ਅਸੀਂ ਕੀਤਾ ਹੋਇਆ ਜੀ, ਅਸੀਂ ਕੀਤਾ ਹੋਇਆ। ਉੱਦਾਂ ਦਾ ਮਿਊਜ਼ਿਕ ਹੈ, ਗਾਣੇ ਨਹੀਂ। ਅਤੇ ਉਹ ਜਦੋਂ ਕਿਤੇ ਸਾਡੀ ਕਿਤੇ ਵੱਡੀ ਪਰਫੋਰਮੈਂਸ ਹੁੰਦੀ, ਉੱਥੇ ਸਿਰਫ ਮਿਊਜ਼ਿਕ ਹੁੰਦਾ, ਉਹ ਉਸ ਤਰ੍ਹਾਂ ਦਾ ਨਗਾਰੇ ਦਾ ਜਾਂ ਢੋਲ ਦਾ ਉਸ ਤਰ੍ਹਾਂ ਦਾ ਮਿਊਜ਼ਿਕ ਹੁੰਦਾ, ਗਾਣੇ ਨਹੀਂ ਹੁੰਦੇ ਉਹ। ਅਤੇ ਉਹ ਕੋਈ ਨਹੀਂ, ਇਹ ਤੁਹਾਡਾ ਬਿਲਕੁਲ ਵਿਚਾਰ ਵਧੀਆ ਹੈਗਾ। ਅਸੀਂ ਉਸ ਨੂੰ ਲਾਈਵ ਵੀ ਕਰਿਆ ਕਰਾਂਗੇ ਅੱਗੇ ਤੋਂ ਇਸ ਚੀਜ਼ ਨੂੰ। ਅਤੇ ਹੁਣੇ ਰੀਸੈਂਟਲੀ ਅਸੀਂ ਇੱਕ ਪ੍ਰੋਗਰਾਮ ਕਰਾਉਣ ਲੱਗੇ ਹਾਂ, ਤੁਹਾਨੂੰ ਇਨਵਾਈਟ ਕਰਾਂਗੇ ਚੈਨਲ ਨੂੰ, ਅਤੇ ਉਹ ਬਹੁਤ ਵਧੀਆ ਹਾਈ ਲੈਵਲ ਦਾ ਪ੍ਰੋਗਰਾਮ ਹੈ। ਉੱਥੇ ਚੱਲੂ ਹੀ ਨਗਾਰਾ ਲਓ, ਮੈਂ ਤੁਹਾਨੂੰ ਅੱਜ ਕਹਿ ਕੇ ਚੱਲਦਾ, ਅਸੀਂ ਨਗਾਰਾ ਹੀ ਸ਼ੁਰੂ ਕਰਾਂਗੇ ਉਸ ਥਾਂ 'ਤੇ। ਗਰੇਵਾਲ ਸਾਹਿਬ, ਇੱਕ ਸਵਾਲ ਹੋਰ ਹੈ ਵੀ ਜਿਹੜੀ ਕੋਈ ਵੀ ਗੇਮ ਹੁੰਦੀ ਹੈ ਉਹਦੇ ਵਿੱਚ ਇੱਕ ਗ੍ਰੇਡੇਸ਼ਨ ਦਾ ਮਸਲਾ ਆ ਜਾਂਦਾ ਹੈ ਨਾ? ਜੀ ਜੀ, ਗੱਤਕੇ ਦੀ ਮਾਨਤਾ ਦਾ, ਹਾਂਜੀ, ਉਹ ਹੈਗੀ ਹੈ? ਹਾਂਜੀ, ਬਿਲਕੁਲ, ਬਹੁਤ ਸੋਹਣਾ ਸਵਾਲ ਹੈ ਕਿ ਹਰ ਖੇਡ ਦੀ ਇੱਕ ਮਾਨਤਾ ਹੁੰਦੀ ਆ ਉਸ ਸਰਕਾਰ ਵੱਲੋਂ। ਜੀ, ਪੰਜਾਬ ਸਰਕਾਰ ਨੇ 2015 'ਚ ਇਸ ਖੇਡ ਨੂੰ ਮਾਨਤਾ ਦਿੱਤੀ ਸੀ। ਬੇਸ਼ੱਕ 2009 ਤੋਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੀ ਖੇਡ ਬਣਾਤੀ ਸੀ ਪੰਜਾਬ ਸਰਕਾਰ ਨੇ। ਉਸ ਵੇਲੇ ਡਾਕਟਰ ਭੁਪਿੰਦਰਜੀਤ ਕੌਰ ਜੀ ਸਿੱਖਿਆ ਮੰਤਰੀ ਸੀਗੇ, ਉਹਨਾਂ ਨੇ ਉਸ ਵੇਲੇ ਇਹਨੂੰ ਇੰਟਰੋਡਿਊਸ ਕਰਾਤਾ ਸੀਗਾ। ਲੇਕਿਨ ਉਸੇ ਸਰਕਾਰ 'ਚ 2015 ਦੇ ਵਿੱਚ ਫਿਰ ਇਹ ਆਪਣੀ ਗ੍ਰੇਡੇਸ਼ਨ ਹੋਣੀ ਸ਼ੁਰੂ ਹੋ ਗਈ ਹੈ। ਮਤਲਬ ਸਾਡੀ ਇੱਕ ਬੱਚੀ, ਮੇਰੇ ਯਾਦ ਹੈ ਪਿਛਲੇ ਦਿਨੀ ਮੈਨੂੰ ਮਿਲੀ ਆ ਉਹ, ਅਤੇ ਉਹ ਆਪਣਾ ਇਹਦੇ 'ਚ ਲੋਕਲ ਬਾਡੀ 'ਚ ਇੰਸਪੈਕਟਰ ਭਰਤੀ ਹੋਈ ਆ ਗੱਤਕੇ ਦੇ ਸਰਟੀਫਿਕੇਟ ਦੇ ਸਿਰ 'ਤੇ, ਗ੍ਰੇਡੇਸ਼ਨ ਦੇ ਸਿਰ 'ਤੇ। ਅਤੇ ਇਸ ਕਰਕੇ 3% ਕੋਟਾ ਹੁੰਦਾ ਜਦੋਂ ਅਗਰ ਤੁਹਾਡੀ ਗ੍ਰੇਡੇਸ਼ਨ ਹੋ ਜੇ ਗੇਮ ਦੀ, ਤਾਂ ਹਰ ਗੇਮ ਲਈ, ਚਾਹੇ ਓਲੰਪਿਕ 'ਚ ਮਾਨਤਾ ਪ੍ਰਾਪਤ ਹੈ, ਚਾਹੇ ਗੱਤਕਾ ਹੈਗਾ। ਸਾਡੇ ਖਿਡਾਰੀ ਵੀ ਉਸ ਜਿਹੜੇ ਖਿਡਾਰੀ ਹੈ ਨਾ, ਉਹ ਖੇਡ ਵੀ ਲੈਂਦੇ, ਸਰਟੀਫਿਕੇਟ ਵੀ ਹੁੰਦੇ ਆ, 3% ਗ੍ਰੇਡੇਸ਼ਨ ਕਰਨ ਦੇ ਲਈ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕਰਨੀ ਕਿਵੇਂ ਆ, ਉਹ ਜ਼ਰੂਰ ਦੱਸੋ। ਹਾਂਜੀ, ਉਹ ਜਿਹੜਾ ਹੈਗਾ 3% ਕੋਟਾ ਹੁੰਦਾ, ਉਹ ਕਿਸੇ ਵੀ ਪ੍ਰੋਫੈਸ਼ਨਲ ਜਾਂ ਕਿਸੇ ਵੀ ਸਕੂਲ ਕਾਲਜ 'ਚ, ਕਿ ਚਾਹੇ ਤੁਸੀਂ ਨਾਰਮਲ ਆਰਟਸ ਕਾਲਜ ਆ, ਚਾਹੇ ਮੈਡੀਕਲ ਕਾਲਜ ਆ, ਚਾਹੇ ਇੰਜੀਨੀਅਰਿੰਗ ਕਾਲਜ ਆ, ਉਹ 'ਚ 3% ਕੋਟਾ ਖਿਡਾਰੀਆਂ ਲਈ ਹੁੰਦਾ। ਯੂਨੀਵਰਸਿਟੀਆਂ 'ਚ ਵੀ ਇਸੇ ਤਰ੍ਹਾਂ ਹੀ ਨੌਕਰੀਆਂ 'ਚ ਹੁੰਦਾ, ਚਾਹੇ ਉਹ
ਸੇਵਾਦਾਰ ਦੀ ਨੌਕਰੀ ਹੈ, ਚਾਹੇ ਉਹ DSP ਦੀ ਨੌਕਰੀ ਹੈ, ਉਹਦੇ 'ਚ ਵੀ 3% ਕੋਟਾ ਸਪੋਰਟਸਮੈਨ ਦਾ ਹੁੰਦਾ ਹੈ। ਅਤੇ ਸਾਡੇ ਗੱਤਕੇ ਵਾਲੇ ਵੀ ਉਸ ਕੋਟੇ ਲਈ ਕੁਆਲੀਫਾਈ ਕਰਦੇ ਆ, ਅਤੇ ਉਹਦੇ ਲਈ ਕਰਨਾ ਹੁੰਦਾ ਕਿ ਡਿਸਟ੍ਰਿਕਟ ਲੈਵਲ 'ਤੇ DSO ਜਿਹੜੇ ਹੁੰਦੇ ਆ ਉੱਥੋਂ ਰਿਕਮੈਂਡੇਸ਼ਨ ਆਉਂਦੀ ਹੈ ਅਤੇ ਹੈੱਡਕੁਆਟਰ 'ਤੇ ਚੰਡੀਗੜ੍ਹ ਆ ਕੇ ਪ੍ਰੋਸੈਸ ਹੁੰਦਾ, ਅਤੇ ਕੋਈ ਵੀ ਨਾਰਮਲ ਉਸ 'ਤੇ ਕਰਵਾ ਸਕਦਾ ਹੈ ਜੀ। ਮੇਨ ਸਮੱਸਿਆਵਾਂ ਕਿਹੜੀਆਂ ਗੱਤਕੇ ਨੂੰ ਪ੍ਰਮੋਟ ਕਰਨ ਦੇ ਲਈ, ਜਾਂ ਉਹਨੂੰ ਸਕੂਲ ਲੈਵਲ 'ਤੇ ਜਾਂ ਕਾਲਜ ਲੈਵਲ 'ਤੇ ਕਿਹੜੀਆਂ ਦਰਪੇਸ਼ ਚੁਣੌਤੀਆਂ ਕਿਹੜੀਆਂ ਤੁਹਾਨੂੰ ਲੱਗ ਰਹੀਆਂ ਨੇ? ਉਹਦੇ 'ਚ ਇੱਕ ਤਾਂ ਆਮ ਕਰਕੇ ਮੈਂ ਚਾਹੁੰਦਾ ਕਿ ਜਿਹੜਾ ਜਿਵੇਂ ਤੁਸੀਂ ਵੀ ਗੱਤਕੇ ਅਤੇ ਗੱਤਕਾ ਸੋਟੀ ਅਤੇ ਸ਼ਸਤਰ ਪ੍ਰਦਰਸ਼ਨੀ 'ਚ ਫਰਕ ਨਹੀਂ ਸੀ ਪਤਾ ਬਹੁਤਾ ਆਮ ਲੋਕਾਂ ਨੂੰ, ਅਤੇ ਉਹਦੇ 'ਚ ਸਾਨੂੰ ਇਹ ਫਰਕ ਦੱਸਣਾ ਪਊਗਾ। ਤੀਜਾ ਫਰਕ ਇੱਕ ਹੋਰ ਹੈਗਾ ਜੀ, ਜਿਹੜਾ ਤੁਸੀਂ ਹਲੇ ਪੁਆਇੰਟ ਨਹੀਂ ਕੀਤਾ, ਕਿ ਉਹ ਜਿਹੜਾ ਮੂੰਹ 'ਚੋਂ ਅੱਗ ਕੱਢਦੇ ਆ, ਉਹ ਕੱਚ ਖਾਣਾ, ਟਰੈਕਟਰ ਉੱਪਰੋਂ ਲਵਾਉਣਾ, ਨਾਰੀਅਲ ਪਾਉਂਦੇ ਆ, ਕੇਲਾ ਕੱਟਦੇ ਆ, ਉਹ ਚੀਜ਼ ਆ, ਉਹ ਜਿਹੜਾ ਉਹ ਚੀਜ਼ ਕਦੇ ਪਾਰਟ ਨਹੀਂ ਸਾਡਾ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਜਿਹੜੀ ਸ਼ਸਤਰ ਵਿੱਦਿਆ ਦਿੱਤੀ ਆ, ਉਹਦਾ ਉਹ ਕਦੇ ਵੀ ਪਾਰਟ ਸਾਨੂੰ ਗੁਰੂ ਸਾਹਿਬ ਨੇ ਨਹੀਂ ਦਿੱਤਾ ਹੈਗਾ। ਉਹ ਇਹਨਾਂ ਲੋਕਾਂ ਦੀ ਪੈਸੇ ਦੇ ਲਾਲਚ ਇੱਕ ਆਪਣੇ ਆਪ ਆਜ਼ਾਦ ਕੀਤੀ ਹੋਈ ਮਨੁੱਖੀ ਮਨ ਦੀ ਉਹ ਹੈ। ਜਿਹੜੇ ਵੱਡੇ ਵੱਡੇ ਸ਼ੋਅ ਹੋਏ ਉਹਨਾਂ ਦੇ ਵਿੱਚ ਕੀਤਾ ਗਿਆ। ਹਾਂ, ਉਹਨਾਂ ਨੇ ਜੀ, ਹਾਂ, ਮੈਂ ਉੱਥੋਂ ਥੋੜ੍ਹੀ ਗੱਲ ਦੱਸਦਾ, ਮੈਨੂੰ ਵੀ ਆਏ ਸੀ ਫੋਨ, ਪਰ ਮੈਂ ਉਹਨਾਂ ਨੂੰ ਇਹ ਗੱਲ ਕੀਤੀ ਕਿ ਤੁਸੀਂ ਪਹਿਲਾਂ ਸਾਡਾ ਪੰਜਾਬ ਦਾ ਸੱਭਿਆਚਾਰ ਖਰਾਬ ਕੀਤਾ। ਸਾਡੇ ਜਿਹੜੇ ਪੰਜਾਬੀ ਗਾਣੇ ਜਿਹੜੇ ਜਮਲਾ ਜੱਟ ਵੇਲੇ ਦੇ ਚੱਲਦੇ ਸੀ, ਉਸ ਤੋਂ ਬਾਅਦ ਜਿਹੜੇ ਬਾਅਦ 'ਚ ਗਾਣੇ ਆਏ, ਉਹ ਗਾਣੇ ਦੇ ਪਿੱਛੇ ਨਗਨ ਕੁੜੀਆਂ ਨੂੰ ਜਿਹੜੇ ਘੱਟ ਕੱਪੜਿਆਂ ਨਾਲ ਨਚਾਈਆਂ। ਅੱਜ ਤੁਸੀਂ ਗੱਤਕੇ ਦੀ ਥਾਂ 'ਤੇ ਸ਼ਸਤਰ ਪ੍ਰਦਰਸ਼ਨੀ ਨੂੰ ਤੁਸੀਂ ਗਲਤ ਮਤਲਬ ਪੋਰਟਰੇ ਕਰ ਰਹੇ ਹੋ, ਅਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਦਾਂ ਨਾ ਕਰੋ। ਸਾਡੇ ਪੰਜਾਬੀ ਸੱਭਿਆਚਾਰ ਨੂੰ ਖਰਾਬ ਕਰਨ ਲਈ ਵੀ TV ਚੈਨਲ ਨੇ ਆਪਣੀ TRP ਵਧਾਉਣ ਲਈ, ਅਤੇ ਅੱਜ ਉਹ ਗੱਤਕੇ ਲਈ, ਅਤੇ ਇਸ ਕਰਕੇ ਗੱਤਕਾ ਮੂਲ ਰੂਪ 'ਚ ਗੱਤਕਾ ਹੀ ਰਵੇ। ਅਤੇ ਉਹ ਕਈ ਵਾਰੀ ਉਹ ਹਿੰਡਰੈਂਸ ਹੁੰਦੀ ਆ ਉਸ ਚੀਜ਼ 'ਤੇ ਕਿ ਪੇਰੈਂਟਸ ਕਹਿੰਦੇ ਨੇ ਕਿ ਸਾਡਾ ਬੱਚਾ ਅੱਗ ਨਹੀਂ ਕੱਢੂ ਮੂੰਹ 'ਚੋਂ, ਸਾਡਾ ਬੱਚਾ ਕੱਚ ਨਹੀਂ ਖਾਊਗਾ, ਸਾਡਾ ਨਹੀਂ। ਇੱਕ ਤਾਂ ਇਹ ਹੈਗੀ ਆ। ਆਮ ਲੋਕਾਂ 'ਚ ਵੀ TV ਨੇ ਇਹੋ ਜਿਹਾ ਪ੍ਰਭਾਵ ਪਾਇਆ, ਜਦੋਂ ਅਸੀਂ ਗੱਤਕਾ ਕਹਿੰਦੇ ਹਾਂ ਜਾ ਕੇ ਵੀ ਗੱਤਕਾ ਸੋਟੀ ਖੇਡਣੀ ਆ ਜਿੱਦਾਂ, ਉਹ ਉੱਥੇ ਤੱਕ ਸੋਚ ਜਾਂਦੇ ਆ ਕਿ ਉਹ ਨਹੀਂ ਇਹ ਨਹੀਂ। ਇੱਕ ਇਸ ਨੇ ਸਾਨੂੰ ਬਹੁਤ ਵੱਡੀ ਚੈਲੰਜ ਕੀਤਾ ਹੋਇਆ। ਪਾਸੇ ਤਾਂ ਦੌੜ ਲੱਗੀ ਹੈ ਵੀ ਬੰਦਾ IT ਸੈਕਟਰ 'ਚ ਜਾ ਰਿਹਾ। ਹਾਂਜੀ, ਅਜਿਹੇ ਹਾਲਾਤਾਂ 'ਚ ਤੁਹਾਨੂੰ ਲੱਗਦਾ ਵੀ ਉਹ ਗੱਤਕੇ ਵਾਲੇ ਪਾਸੇ ਬੱਚੇ ਆਉਣਗੇ? ਹਾਂ, ਦੇਖੋ, ਜਦੋਂ ਲੋੜ ਕੀ ਤੁਸੀਂ ਮਹਿਸੂਸ ਕਰਦੇ ਹੋ ਵੀ ਆਉਣਾ ਚਾਹੀਦਾ, ਕਿਉਂ ਜ਼ਰੂਰੀ ਹੈ ਗੱਤਕਾ? ਹਾਂ, ਯੈਸ, ਉਹਦੇ 'ਚ ਇਹ ਆ ਜੀ, ਗੱਤਕੇ ਲਈ ਰਾਈਟ ਪੁਆਇੰਟ ਹੈ ਕਿ ਸਭ ਤੋਂ ਵਧੀਆ ਸਵੈ ਰੱਖਿਆ ਦੀ ਖੇਡ ਆ। ਤੁਹਾਡੇ ਹੱਥ 'ਚ ਸਕਿੱਲ ਆ ਜਾਂਦਾ ਹੈ ਕਿ ਜਦੋਂ ਅਸੀਂ ਇਹ ਸਿੱਖਦੇ ਹੋ, ਖਾਸ ਕਰਕੇ ਲੜਕੀਆਂ ਲਈ ਤਾਂ ਬਹੁਤ ਜ਼ਰੂਰੀ ਹੈ ਇਹ। ਅੱਛਾ, ਸਸਤੀ ਖੇਡ ਹੈ, ਸੁਖਾਲੀ ਹੈ, ਥੋੜ੍ਹੇ ਜਿਹੇ ਥਾਂ 'ਚ ਖੇਡੀ ਜਾ ਸਕਦੀ, ਖੇਡੀ ਅਤੇ ਸਿੱਖੀ ਜਾ ਸਕਦੀ ਹੈ। ਮੇਰਾ ਤਜਰਬਾ ਹੈ ਪਿਛਲੇ 15-18 ਸਾਲ ਦਾ ਕਿ ਜਦੋਂ ਕੁੜੀਆਂ ਸਿੱਖਣ ਆਉਂਦੀਆਂ ਤਾਂ ਉਦੋਂ ਉਹ ਸ਼ਰਮਾਕਲ ਮੂਡ 'ਚ ਹੁੰਦੀਆਂ ਨੇ, ਲੇਕਿਨ 1 ਮਹੀਨੇ ਤੱਕ ਹੀ ਜਦੋਂ ਉਹਨਾਂ ਕੋਲ ਸਕਿੱਲ ਆ ਜਾਂਦਾ ਸੋਟੀ ਚਲਾਉਣ ਦਾ, ਤਾਂ ਉਹ ਬੋਲਡ ਹੋ ਜਾਂਦੀਆਂ। ਉਹਨਾਂ ਨੂੰ ਪਤਾ ਹੈ ਕਿ ਜੇ ਕੋਈ ਸਾਡੇ ਰਾਹ 'ਚ ਮਨ ਚਲਾ ਕੋਈ ਇੱਦਾਂ ਦਾ ਕੋਈ ਸਾਨੂੰ ਟੀਚਰ ਮਖੌਲ ਜਾਂ ਕੋਈ ਕਰਦਾ, ਤਾਂ ਉਹ ਕਿਤੋਂ ਵੀ ਤੁਰਿਆ ਜਾਂਦਾ, ਚਾਹੇ ਦਰਖਤ ਦਾ ਡੰਡਾ ਤੋੜ ਲੈਣ ਜਾਂ ਕੋਈ ਹੋਰ ਉਹ ਕਰਨ, ਤਾਂ ਉਹ ਉਸ ਨੂੰ ਹੈਂਡਲ ਕਰ ਸਕਦੀਆਂ। ਈਵਨ ਕਿ ਆਪਣੇ ਨਾਲ ਦੀਆਂ ਨੂੰ ਵੀ ਜਿਹੜੀ ਹੈਗੀ ਆ ਉਹਨਾਂ ਦੀ ਪ੍ਰੋਟੈਕਟ ਕਰ ਸਕਦੀਆਂ। ਇਹ ਸਭ ਤੋਂ ਸੌਖੀ ਖੇਡ ਹੈ। ਥਰਡ, ਇਸ ਖੇਡ ਦੇ ਨਾਲ ਜਦੋਂ ਬੰਦਾ ਖੇਡਦਾ, ਜਿੰਨੇ ਮਿੰਟ ਖੇਡਦਾ, 3.5 ਮਿੰਟ ਦੀ ਖੇਡ ਹੈ, ਤਾਂ ਉਸ ਨੂੰ ਟਿਕੀ ਲਾ ਕੇ ਇੱਕ ਦੂਜੇ ਨਾਲ ਖੇਡਣੀ ਪੈਂਦੀ ਹੈ, ਕਿਉਂਕਿ ਜੇ ਤੁਸੀਂ ਕਿਤੇ ਵੀ ਉਹ ਅੱਖ ਝਪਕਤੀ ਤਾਂ ਉਹ ਤੁਹਾਡੇ ਡੰਡਾ ਉਹਦੀ ਸਿਰ 'ਚ ਪੈ ਜੂ ਜਾਂ ਕਿਤੇ ਮੋਢੇ 'ਤੇ ਪੈ ਜੂ। ਉਹ ਜਿਹੜੀ ਟਿਕੀ ਲੱਗਦੀ ਆ, ਉਹ ਟਿਕੀ ਤੁਹਾਡੀ ਅੱਖਾਂ ਦੀ ਆਈਸਾਈਟ ਹੈ ਜਿਹੜੀ ਉਸ ਨੂੰ ਵਧਾਉਣ ਦਾ ਕੰਮ ਕਰਦੀ ਹੈ। ਹਾਂ, ਉਸ ਤੋਂ ਬਾਅਦ ਜਦੋਂ ਬੱਚਾ ਖੇਡਦਾ, ਟੱਪਦਾ ਜਾਂ ਪ੍ਰੈਕਟਿਸ ਕਰਦਾ, ਸਾਡੇ ਜਿਹੜੇ ਸਰੀਰ ਦੇ ਪਸੀਨੇ ਰਾਹੀਂ ਟੌਕਸਿਨਸ ਬਾਹਰ ਨਿਕਲਦੇ ਆ, ਹੋਰ ਉਹ ਕਰਦੇ ਆ। ਇਹਦੇ ਕਾਫੀ ਹੋਰ 4-5 ਫਾਇਦੇ ਨੇਗੇ ਮੈਡੀਕਲੀ। ਇਸ ਕਰਕੇ ਮੈਂ ਸਾਰਿਆਂ ਨੂੰ ਇਹ ਆ ਕਿ ਤੁਹਾਡੇ ਰਾਹੀਂ ਆਪਣੇ ਵਿਰਸੇ ਨਾਲ ਜੁੜਨ ਲਈ, ਆਪਣੀ ਬੋਲੀ ਨਾਲ ਜੁੜਨ ਲਈ, ਆਪਣੇ ਧਰਮ ਨਾਲ ਜੁੜਨ ਲਈ, ਜਿਹੜਾ ਸਿੱਖ ਸ਼ਸਤਰ ਵਿੱਦਿਆ ਹੈਗੀ ਆ, ਉਸੇ ਦਾ ਹੀ ਪਾਰਟ ਗੱਤਕਾ ਜਿਹੜੀ ਸੋਟੀ ਹੈਗੀ ਆ, ਇਹਦੇ ਨਾਲ ਜੁੜੋ। ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਭ ਤੋਂ ਵਧੀਆ ਖੇਡ ਹੈ। ਮਤਲਬ ਤੁਸੀਂ ਇਹ ਕਹਿੰਦੇ ਹੋ ਟੂਰਨਾਮੈਂਟ ਦੇ ਵਿੱਚ ਤੁਸੀਂ ਸੋਟੀ ਨਾਲ ਖੇਡ ਸਕਦੇ ਹੋ, ਜਦੋਂ ਕਿਤੇ ਨਗਰ ਕੀਰਤਨ ਵਗੈਰਾ ਉਦੋਂ ਤੁਸੀਂ? ਹਾਂ, ਬਿਲਕੁਲ ਜੀ। ਸਾਡੀਆਂ ਦੋ ਸਾਡੇ ਪਾਰਟ ਨੇ। ਇੱਕ ਪਾਰਟ ਸਾਡਾ ਸਪੋਰਟਸ ਦਾ ਹੈਗਾ, ਉਹ ਸਾਡੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਉਸ ਨੂੰ ਪ੍ਰਮੋਟ ਕਰੀ ਹੈ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ। ਉਹ ਸਾਡੇ ਸਾਲ 'ਚ ਇੱਕ ਨੈਸ਼ਨਲ ਹੁੰਦੀ ਆ ਜਾਂ 2 ਹੋ ਜਾਂਦੀਆਂ ਨੇ, ਬਸ ਉਹ ਟੂਰਨਾਮੈਂਟ ਨੇ। ਉਸ ਤੋਂ ਬਾਅਦ ਸਾਡਾ ਜਿਹੜਾ ਵਿਰਾਸਤੀ ਗੱਤਕਾ ਹੈਗਾ, ਸਾਡਾ ਵਿਰਸਾ ਸੰਭਾਲ ਪ੍ਰੋਗਰਾਮ ਚੱਲਦੇ ਆ, ਉਹ ਸਾਡੀ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਹੈਗੀ ਆ, ਇੰਟਰਨੈਸ਼ਨਲ ਸਿੱਖ ਸ਼ਸਤਰ ਵਿੱਦਿਆ ਕੌਂਸਲ ਉਹਨੂੰ ਪੰਜਾਬੀ 'ਚ ਅਸੀਂ ਕਹਿੰਦੇ ਹਾਂ। ਉਸ ਕੌਂਸਲ ਵੱਲੋਂ ਸਾਡੇ ਸਿਰਫ ਵਿਰਾਸਤੀ ਪ੍ਰੋਗਰਾਮ ਹੁੰਦੇ ਨੇ, ਚਾਹੇ ਵਿਸਾਖੀ, ਜੋੜ ਮੇਲੇ, ਕਿਤੇ ਹੋਰ ਹੁੰਦੇ ਨੇ। ਆਮ ਕਰਕੇ ਪਿੰਡਾਂ 'ਚ ਸਾਡੇ ਉਹ ਪ੍ਰੋਗਰਾਮ ਹੀ ਉਹੀ ਚੱਲਦੇ ਨੇ। ਉੱਥੇ ਹੈਗਾ, ਉੱਥੇ ਸਿਰਫ ਬਾਣੇ ਦੇ ਵਿੱਚ
ਸਿਰਫ ਦਮਾਲਾ ਔਰ ਕਮਰ ਕਸਾ ਲਾ ਕੇ ਔਰ ਪੂਰਾ ਬਾਕਾਇਦਾ ਉਹ ਪ੍ਰੋਗਰਾਮ ਚੱਲਦਾ। ਉੱਥੇ ਸਾਰੇ ਜਿੰਨੀ ਸ਼ਸਤਰ ਵਿੱਦਿਆ ਦੇ ਸਾਡੇ ਸ਼ਸਤਰ ਨੇ ਉਹ ਪਰਫਾਰਮ ਕੀਤੇ ਜਾਂਦੇ ਆ। ਅਤੇ ਇੱਧਰ ਜਿਹੜੀ ਐਜੂਕੇਸ਼ਨ ਵਾਲੀ ਸਾਈਡ 'ਤੇ ਹੈਗੀ ਆ, ਸਪੋਰਟਸ ਵਾਲੀ ਸਾਈਡ 'ਤੇ, ਇੱਥੇ ਸਿਰਫ ਇਕੱਲੀ ਗੱਤਕਾ ਸੋਟੀ ਖੇਡੀ ਜਾਂਦੀ ਆ। ਤੁਸੀਂ ਇੱਕ ਮਿਸ਼ਨ ਲੈ ਕੇ ਚੱਲੇ ਹੋ, ਬਹੁਤ ਵੱਡਾ ਮਿਸ਼ਨ ਹੈ ਜਿਹੜਾ ਤੁਸੀਂ ਆਰੰਭਿਆ ਹੋਇਆ। ਭਵਿੱਖ ਦੀ ਕੋਈ ਵਿਉਂਤਬੰਦੀ ਕੀ ਲੈ ਕੇ ਚੱਲੇ ਹੋ ਨਾਲ? ਕਿਉਂਕਿ ਜਦੋਂ ਕੋਈ ਬੰਦਾ ਮਿਸ਼ਨ ਲੈ ਕੇ ਤੁਰਦਾ ਹੈ ਉਹਦੇ ਕੋਲ ਕਈ ਸਾਲਾਂ ਦਾ ਅਗਲਾ ਪਲਾਨ ਹੁੰਦਾ ਵੀ ਅਗਲੇ 10-15 ਸਾਲਾਂ 'ਚ 20 ਸਾਲ 'ਚ ਗੱਤਕੇ ਨੂੰ ਕਿੱਥੇ ਦੇਖਣਾ ਚਾਹੀਦਾ। ਅਸੀਂ ਇਹ ਆ ਵੀ ਦੇਖੋ, ਕਈ ਵਾਰੀ ਇਹ ਸੁਣਦੇ ਆ, ਕਈਆਂ ਲੋਕਾਂ ਨੂੰ ਇਹ ਲੱਗੂ ਵੀ ਸ਼ਾਇਦ ਵੱਡੀ ਗੱਲ ਕਰ ਰਹੇ ਆ ਜਾਂ ਇੱਦਾਂ ਹੁੰਦਾ, ਪਰ ਕਦੇ ਵੀ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਵੀ ਮੋਬਾਈਲ ਕਦੇ ਆ ਜਾਣਗੇ, ਹੈ ਨਾ। ਅਤੇ ਮਤਲਬ ਇਹ ਵੀ ਬਹੁਤ ਹੋਰ ਕਾਢਾਂ ਹੋਈਆਂ ਜਿਨ੍ਹਾਂ ਨੇ ਬਹੁਤ ਚੀਜ਼ਾਂ ਖਤਮ ਕਰਤੀਆਂ। ਫੈਕਸ ਮਸ਼ੀਨ ਅੱਗੇ ਹੁੰਦੀ ਸੀ, ਉਹ ਵੀ ਖਤਮ ਹੋ ਗਈ, ਹੈ ਨਾ। ਮਤਲਬ ਅਸੀਂ ਸੋਚ ਨਹੀਂ ਸਕਦੇ, ਟੈਕਨਾਲੋਜੀ ਐਂਡ ਜਿਹੜੀ ਸੋਚ ਆ ਬਹੁਤ ਦੂਰ ਪਹੁੰਚ ਜਾਂਦੀ ਆ। ਅਤੇ ਸਾਡੀ ਵਰਲਡ ਗੱਤਕਾ ਫੈਡਰੇਸ਼ਨ, ਜਿਹਦੇ ਤੋਂ ਸਾਨੂੰ ਮਾਨਤਾ ਮਿਲੀ ਹੈ ਨੈਸ਼ਨਲ ਗੱਤਕਾ ਐਸੋਸੀਏਸ਼ਨ ਨੂੰ, ਉਹਦੀ ਇੱਕ ਪਲਾਨ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ, ਵਿਜ਼ਨ ਡਾਕੂਮੈਂਟ ਬਣਾਇਆ ਅਤੇ 2030 ਤੱਕ ਦਾ ਅਸੀਂ ਉਹਦੇ 'ਚ ਅਸੀਂ ਪਲਾਨਸ ਬਣਾਈਆਂ ਹੋਈਆਂ। ਉਹਦੇ ਮੁਤਾਬਕ ਸਾਡਾ ਅਲਟੀਮੇਟ ਟੀਚਾ ਇਹ ਆ ਕਿ ਗੱਤਕੇ ਨੂੰ ਓਲੰਪਿਕ 'ਚ ਸ਼ਾਮਲ ਕਰਾਉਣਾ। ਉਹਦੇ ਲਈ ਅਸੀਂ ਜਿਹੜੇ ਹੈਗੇ ਆ ਸਾਡੇ ਪੜਾਅ ਨੇ, ਉਹ ਪੜਾਅ ਅਸੀਂ ਪੂਰੇ ਕਰਦੇ ਜਾ ਰਹੇ ਹਾਂ। ਉਸ ਦਾ ਇੱਕ ਡਿਜੀਟਲਾਈਜੇਸ਼ਨ ਪ੍ਰੋਸੈਸ ਹੈਗਾ ਕਿ ਸਾਡੇ ਸਾਰੇ ਰਿਕਾਰਡਸ ਨੂੰ, ਹਰ ਚੀਜ਼ ਨੂੰ ਡਿਜੀਟਲਾਈਜ਼ ਕਰਨਾ। ਉਸੇ ਦੇ ਇੱਕ ਪਾਰਟ ਹੈਗਾ ਸੀ ਸਾਡਾ ਕਿ ਗਰਾਊਂਡ ਹੈ ਜਿਹੜਾ ਉਹ ਇੰਟਰਲੋਕਿੰਗ ਅਸੀਂ ਲੈ ਲਿਆ, ਸਿੰਪਲ ਉਹਦੇ 'ਤੇ ਕਰਦੇ ਹਾਂ। ਜਿਹੜੀ ਸੋਟੀ ਹੈ ਉਸ ਨੂੰ ਵੀ ਅਸੀਂ ਫਾਰਮੈਟ ਕਰ ਲਿਆ ਹੋਇਆ, ਉਹ ਵੀ ਸਾਡੀ ਫਾਈਬਰ ਦੀ ਹੋਣੀ ਆ। ਅਤੇ ਇਸੇ ਤਰ੍ਹਾਂ ਅਸੀਂ ਉਸੇ ਸੋਟੀ ਦੇ ਵਿੱਚ ਇੱਕ ਚਿਪ ਲਾਉਣ ਦੀ ਸਾਡੀ ਪਲਾਨ ਹੈ ਨੈਕਸਟ। ਉਹ ਚਿਪ ਹੈ ਜਿਹੜੀ ਉਹ ਵਾਈਫਾਈ ਵਾਲੀ ਹੋਊਗੀ, ਅਤੇ ਜਦੋਂ ਉਹ ਟੱਚ ਹੁੰਦੀ ਆ ਤਾਂ ਸਕੋਰ ਬੋਰਡ 'ਤੇ ਆਪਣੇ ਆਪ ਵਿਦਆਊਟ ਐਨੀ ਕਿਸੇ ਦੀ ਜੱਜਮੈਂਟ ਤੋਂ ਨੰਬਰ ਉੱਥੇ ਜਾਊਗਾ। ਹੁਣ ਅੱਜ ਕੀ ਹੈ, ਮੈਨੂੰ ਟੂਰਨਾਮੈਂਟ ਇੱਕ ਮੈਚ ਖਿਡਾਉਣ ਲਈ ਮੈਨੂੰ 8 ਓਫੀਸ਼ੀਅਲ ਲਾਉਣੇ ਪੈਂਦੇ ਆ। ਟੈਕਨੀਕਲ ਓਫੀਸ਼ੀਅਲ ਅਸੀਂ ਉਹਨੂੰ ਕਹਿੰਦੇ ਹਾਂ, ਜਿਹਨਾਂ ਨੂੰ ਕੋਚਸ ਕਹਿੰਦੇ ਆ, ਹੈ ਨਾ, ਰੈਫਰੀ ਜਾਂ ਜੱਜਸ, ਹੋਰ ਇੱਕ ਟਾਈਮ ਕੀਪਰ ਹੋਰ ਬੈਠਦਾ। ਉਹ 8 ਚੋਂ ਸਿਰਫ ਇੱਕ ਬੰਦਾ ਰਹਿ ਜਾਊਗਾ ਕੰਮ ਕਰਨ ਵਾਲਾ, ਮਤਲਬ ਇੱਕ ਬੰਦਾ ਮੈਚ ਖਿਡਾ ਦਿਆ ਕਰੂਗਾ। ਹੁਣ ਕਿੱਥੇ ਮੈਨੂੰ 8 ਬੰਦਿਆਂ ਨੂੰ ਪੇ ਕਰਨਾ ਪੈਂਦਾ, ਹੈ ਨਾ। ਮਤਲਬ ਉਹ ਚੀਜ਼ ਹੈ, ਅਸੀਂ ਉਸ ਚੀਜ਼ ਨੂੰ ਇੱਥੇ ਲੈ ਕੇ ਚੱਲੇ ਹੋਏ ਹਾਂ। ਮਤਲਬ ਕਾਫੀ ਪਲਾਨਸ ਨੇ, ਗੁਰੂ ਮਹਾਰਾਜ ਰਹਿਮਤ ਕਰਨ, ਅਸੀਂ ਹਰ ਸਾਲ ਕੁਛ ਨਾ ਕੁਛ ਐਡੀਸ਼ਨ ਕਰਦੇ ਜਾਂਦੇ ਹਾਂ। ਜਦੋਂ ਤੁਸੀਂ ਸੋਟੀ ਫੜਾਉਂਦੇ ਹੋਵੋਗੇ, ਹੈ ਨਾ, ਬਹੁਤ ਸਾਰੇ ਲੋਕਾਂ ਦੇ ਮਤਭੇਦ ਵੀ ਹੋਣਗੇ ਵੀ ਤੁਸੀਂ ਕਿਰਪਾਨ ਦੀ ਜਗ੍ਹਾ 'ਤੇ ਸੋਟੀ ਕਿਉਂ ਫੜਾ ਰਹੇ ਹੋ। ਨਹੀਂ, ਕਿਰਪਾਨ ਵੀ ਫੜਦੇ ਆ ਉਹੀ ਮੁੰਡੇ ਜਿਹੜੇ ਸਾਡੇ ਖੇਡਦੇ ਆ, ਉਹ ਜੋ ਦੂਜੇ ਪਾਸੇ ਖੇਡਦੇ ਆ। ਨਹੀਂ, ਦੇਖੋ, ਸੋਟੀ ਵੀ ਸਾਡਾ ਪਾਰਟ ਹੈ, ਸੋਟੀ ਵੀ ਗੱਤਕਾ ਸੋਟੀ ਉਸੇ ਦਾ ਹੀ ਪਾਰਟ ਹੈ, ਉਹ ਖੇਡਦੇ ਆ ਉਸ ਚੀਜ਼ ਨੂੰ। ਔਰ ਦੂਸਰੀ ਗੱਲ, ਮੈਂ ਤੁਹਾਡੇ ਸਵਾਲ 'ਚੋਂ ਹੀ ਗੱਲ ਮੈਨੂੰ ਵਧੀਆ ਯਾਦ ਆ ਗਈ, ਇਹ ਜਿਹੜੀ ਸੋਟੀ ਹੈ ਉਦੋਂ ਦੀ ਆ ਜਦੋਂ ਦਾ ਮਨੁੱਖ ਪੈਦਾ ਹੋਇਆ। ਜੰਗਲਾਂ 'ਚੋਂ ਜਦੋਂ ਮਨੁੱਖ ਨਿਕਲਿਆ, ਉਹਦੀ ਸੋਟੀ ਸਾਥ ਹੈ, ਠੀਕ ਹੈ। ਉਸ ਸੋਟੀ ਨੇ ਉਹਨੂੰ ਜੰਗਲਾਂ ਦੇ ਵਿੱਚ ਜਾਨਵਰਾਂ ਤੋਂ ਪ੍ਰੋਟੈਕਸ਼ਨ ਲਈ, ਆਪਦੇ ਕਬੀਲਿਆਂ ਨਾਲ ਲੜਨ ਲਈ, ਕਿਉਂਕਿ ਉਹ ਜੰਗਲ 'ਤੇ ਰਾਜ ਕਰਨਾ ਉਹਨੇ, ਵੀ ਇਹ ਜੰਗਲ ਮੇਰਾ, ਤੁਹਾਡਾ ਜੰਗਲ ਪਰਲੇ ਪਾਸੇ ਆ, ਤਾਂ ਉੱਥੇ ਉਦੋਂ ਲੜਨ ਲਈ। ਜਦੋਂ ਉਹਨੂੰ ਸੋਟੀ ਦੇ ਨਾਲ ਲੋਹੇ ਦੀ ਉਹ ਮਿਲੀ ਤਾਂ ਉਹਨੇ ਸੋਟੀ ਦੇ ਮੂਹਰੇ ਲੋਹਾ ਲਾ ਲਿਆ, ਉਹਨੂੰ ਨੇਜਾ ਬਣਾ ਲਿਆ। ਫਿਰ ਜਾਨਵਰ ਨੂੰ ਉਹ ਦੂਰੋਂ ਹੀ ਮਾਰ ਦਿੰਦਾ ਸੀ। ਹੌਲੀ ਹੌਲੀ ਉਸਨੇ ਉਸ ਨੂੰ ਤਲਵਾਰ ਬਣਾ ਲਿਆ, ਸੋਟੀ ਵਾਲੀ ਉਸ ਨੂੰ, ਹੈ ਨਾ। ਔਰ ਦੂਸਰੀ ਗੱਲ, ਇਹ ਸੋਟੀ ਦੀ ਜਿਹੜੀ ਕਲਾ ਹੈਗੀ ਆ, ਮਾਰਸ਼ਲ ਆਰਟ ਹੈ, ਇਹ ਸਾਡਾ ਨਹੀਂ ਇਕੱਲਿਆਂ ਦਾ। ਅੱਜ 43 ਮੁਲਕਾਂ ਦਾ ਜਿਹੜਾ ਮੂਲ ਮਾਰਸ਼ਲ ਆਰਟ ਆ ਸੋਟੀ ਹੈ। ਔਰ ਉਹ ਸੋਟੀ ਦਾ ਸਾਈਜ਼ ਵੱਖੋ ਵੱਖਰਾ। ਜਿਹੜਾ ਕਲਰੀ ਪਾਈਤੂ ਦਾ ਹੈਗਾ ਉਹ 1.5 ਫੁੱਟ ਦੀ ਆ। ਇਸੇ ਤਰ੍ਹਾਂ ਹੀ ਥਾਂਗਟਾ ਵਾਲਿਆਂ ਦਾ ਜਿਹੜਾ ਮਾਰਸ਼ਲ ਆਰਟ ਹੈ, ਉਹਨਾਂ ਦੀ ਵੀ 2 ਫੁੱਟ ਦੀ ਸੋਟੀ ਹੈ, ਅਤੇ ਸਾਡੀ 3.5 ਫੁੱਟ ਦੀ ਹੈ। ਕਿਸੇ ਦਾ ਕੁਛ ਹੈ, ਕਿਸੇ ਦੀ ਕਿੰਨੀ ਆ। ਉਹ ਇੱਕ ਜਿਹੜੀ ਲਾਠੀ ਹੈ ਉਹ ਕੰਨਾਂ ਤੱਕ ਆ ਜਾਂਦੀ ਹੈ, ਇੱਥੇ ਤੱਕ ਉਹ ਕਰਦੇ ਹਾਂ। ਜਿਹੜਾ ਇੰਡੋਨੇਸ਼ੀਆ ਦਾ ਹੋਰ ਹੈ, ਜਿਹੜਾ ਸਾਊਥ ਅਫਰੀਕਾ ਦਾ ਉਹ ਹੋਰ ਹੈ, ਮਤਲਬ ਸਾਈਜ਼। ਕਿਸੇ ਨੇ ਵਿੰਗਾ ਜਿਹਾ ਕਰ ਲਿਆ ਡੰਡਾ, ਕਿਸੇ ਨੇ ਸਿੱਧਾ ਕਰ ਲਿਆ। ਇਹ 43 ਮੁਲਕਾਂ ਦੀ ਸੋਟੀ ਪਾਰਟ ਹੈ, ਅਤੇ ਸਾਡੀ ਸੋਟੀ ਹੈ ਜਿਹੜੀ ਉਸ ਨੂੰ ਗੱਤਕਾ ਅਸੀਂ ਲਫ਼ਜ਼ ਵਰਤਿਆ ਹੋਇਆ। ਇਸ ਕਰਕੇ ਇਹ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ ਕਿ ਸੋਟੀ ਖੇਡੀ ਨਹੀਂ ਜਾ ਸਕਦੀ। ਉਹ ਸਾਰੇ ਮੁਲਕ ਸੋਟੀ ਦੀ ਗੇਮ ਖੇਡਦੇ ਆ। ਸ਼ੁਕਰੀਆ ਗਰੇਵਾਲ ਸਾਹਿਬ, ਤਮਾਮ ਜਾਣਕਾਰੀ ਦੇਣ ਦੇ ਲਈ ਧੰਨਵਾਦ ਤੁਹਾਡਾ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਸੋ ਇਹ ਸੀਗੇ ਹਰਜੀਤ ਸਿੰਘ ਗਰੇਵਾਲ, ਜਿਨ੍ਹਾਂ ਦੇ ਨਾਲ ਆਪਾਂ ਗੱਤਕੇ ਦੇ ਬਾਰੇ ਅਤੇ ਜਿਹੜਾ ਸਿੱਖ ਸ਼ਾਸਤਰ ਵਿੱਦਿਆ ਜਿਹੜੀ ਹੈਗੀ ਹੈ, ਸ਼ਾਸਤਰ ਵਿੱਦਿਆ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ, ਉਹਦਾ ਅਤੇ ਗੱਤਕੇ ਦੇ ਵਿੱਚ ਫਰਕ ਇਹਨਾਂ ਨੇ ਦੱਸਿਆ। ਅਤੇ ਇਹਨਾਂ ਨੇ ਕਿਹਾ ਵੀ ਗੱਤਕੇ ਨੂੰ ਮੇਰਾ ਸੁਪਨਾ ਹੈ ਵੀ ਅਸੀਂ ਕਾਮਨਵੈਲਥ ਤੱਕ ਇਸ ਗੇਮ ਨੂੰ ਲੈ ਕੇ ਜਾਣਾ। ਅਤੇ ਦੂਜਾ, ਇਹਨਾਂ ਨੇ ਸਾਡੇ ਨਾਲ ਹੀ ਇਸ ਚੈਨਲ ਦੇ ਉੱਤੇ ਹੀ ਆਪਣੇ ਨਾਲ ਵਾਅਦਾ ਕੀਤਾ ਕਿ ਨਗਾਰੇ ਨਾਲ ਹੀ ਗੱਤਕੇ ਦੀ ਜਿਹੜੀਆਂ ਪ੍ਰੋਗਰਾਮ ਹੋਣਗੇ, ਉਹ ਗੱਤਕੇ ਨੂੰ ਦੇ ਵਿੱਚ ਨਗਾਰੇ ਨੂੰ ਜ਼ਰੂਰ ਰੀਪ੍ਰਜੈਂਟ ਕਰਿਆ ਕਰਨਗੇ। ਸੋ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ? ਸਾਰੀ ਗੱਲਬਾਤ ਦੇ ਦੌਰਾਨ
ਤੁਸੀਂ ਤੁਹਾਡੇ ਸਵਾਲ ਵੀ ਹੋਣਗੇ ਤੇ ਕਮੈਂਟ ਕਰਕੇ ਆਪਣੇ ਸੁਝਾਅ ਜਿਹੜੇ ਹੈ ਉਹ ਵੀ ਦੇਣੇ ਹੈ। ਤੁਹਾਡੇ ਸੁਝਾਵਾਂ ਦੀ ਉਡੀਕ ਰਹੂਗੀ। ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਮੇਰੇ ਸਹਿਯੋਗੀ ਗੁਰਸਿਮਰਨ ਦੇ ਨਾਲ ਜਗਜੀਤ ਸਿੰਘ ਪੰਜੋੜੀ, ਚੰਡੀਗੜ੍ਹ।